ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਅੱਜ ਦੇ ਕੁਝ ਦੇ ਵਿਚਾਰ ਦੇ ਐਪੀਸੋਡ ਦੇ ਵਿੱਚ, ਜਿਸ ਵਿੱਚ ਆਪਾਂ ਇੱਕ ਹਫ਼ਤੇ ਦੇ ਵਿੱਚ ਪੰਥ ਦੇ ਵਿੱਚ ਕੀ ਹੋਇਆ, ਰਾਜਨੀਤੀ ਦੇ ਵਿੱਚ ਕੀ ਹੋਇਆ, ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਹੋਇਆ, ਉਹਦੇ ਬਾਰੇ ਆਪਾਂ ਗੱਲਾਂ ਕਰਦੇ ਹਾਂ। ਅਤੇ ਕੁਛ ਕੁ ਪੁਆਇੰਟ ਫਿਰ ਜਿਹੜੇ ਇੰਪੋਰਟੈਂਟ ਪੁਆਇੰਟ ਲੱਗਦੇ ਆ, ਉਹ ਪੁਆਇੰਟ ਲੈ ਕੇ ਆਪਾਂ ਵਿਚਾਰ ਰੱਖਦੇ ਹਾਂ ਕਿ ਇਹ ਜਿਹੜੀ ਗੱਲ ਆ ਇਹ ਇਸ ਤਰ੍ਹਾਂ ਹੋਈ ਆ, ਇਹਦਾ ਇਹ ਪੱਖ ਆ, ਕਈ ਲੋਕ ਇਸ ਨੂੰ ਇਸ ਤਰੀਕੇ ਨਾਲ ਦੇਖ ਰਹੇ ਆ। ਉਹ ਜਿਹੜੀਆਂ ਸਾਰੀਆਂ ਗੱਲਾਂ ਵਾ, ਆਪਾਂ ਉਹ ਸਾਰੀਆਂ ਗੱਲਾਂ ਕਰਦੇ ਹਾਂ ਇਹਦੇ ਵਿੱਚ। ਪਹਿਲਾ ਜਿਹੜਾ ਆਪਣਾ ਪੁਆਇੰਟ ਆ ਜੀ ਅੱਜ ਦਾ, ਉਹਦੇ ਵਿੱਚ ਆਪਾਂ ਡਿਸਕਸ ਕਰਨਾ ਕਿ ਜਿਹੜਾ ਪ੍ਰੋਟੈਸਟ ਹੋ ਰਿਹਾ ਵਾ, ਜਿਹੜੀ ਜਾਂਚ ਰਿਪੋਰਟ ਆਈ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਕਿਹੜੇ ਲੋਕ ਜ਼ਿੰਮੇਵਾਰ ਆ ਸਰੂਪਾਂ ਨੂੰ ਇੱਧਰ ਉੱਧਰ ਕਰਨ ਦੇ ਵਿੱਚ। ਉਹਨਾਂ ਲੋਕਾਂ 'ਤੇ ਕਿਹਾ ਜਾਂਦਾ ਸੀਗਾ ਕਿ ਮੁਕੱਦਮਾ ਦਰਜ ਕੀਤਾ ਜਾਊਗਾ ਅਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਬਾਅਦ 'ਚੋਂ ਕਹਿ ਦਿੱਤਾ ਗਿਆ ਕਿ ਭਾਈ ਜਿਹੜਾ ਇਹਨਾਂ ਦੇ ਬਾਹਰਲੀ ਮੁਕੱਦਮਾ ਵਾ, ਕਹਿ ਲਓ ਕਿ ਅਦਾਲਤਾਂ ਦੇ ਵਿੱਚ ਜਾਣਾ ਜਾਂ ਕੁਛ ਹੋਰ, ਉਹ ਜਿਹੜਾ ਮੁਕੱਦਮਾ ਵਾ ਉਹ ਨਹੀਂ ਕੀਤਾ ਜਾਊਗਾ। ਜਿਹੜਾ ਸਿੱਖ ਧਰਮ ਦੀ ਰਵਾਇਤ ਆ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਬਾਹਰਲੀ ਕੋਈ ਵੀ ਜਿਹੜੀ ਸੰਸਥਾ ਵਾ ਉਹਦੀ ਇੰਟਰਫੇਰੈਂਸ ਨਹੀਂ ਹੋਣ ਦਿੱਤੀ ਜਾਊਗੀ। ਅਤੇ ਇਸ ਨੂੰ ਲੈ ਕੇ ਫਿਰ ਜਿਹੜੀ ਸੰਗਤ ਸੀਗੀ ਉਹ ਰੋਹ ਦੇ ਵਿੱਚ ਆ ਗਈ। ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਕਿ ਭਾਈ ਤੁਸੀਂ ਪਹਿਲਾਂ ਕਹਿੰਦੇ ਸੀਗੇ ਕਿ ਸਜ਼ਾਵਾਂ ਦੇਵਾਂਗੇ, ਅਤੇ ਉਹਨਾਂ ਲੋਕਾਂ ਨੂੰ ਹੁਣ ਤੁਸੀਂ ਸਜ਼ਾਵਾਂ ਵੀ ਨਹੀਂ ਦੇ ਰਹੇ, ਅਤੇ ਉਹ ਸਰੂਪ ਕਿੱਥੇ ਗਏ ਆ, ਕਿਹਨਾਂ ਦੇ ਘਰੇ ਆ ਉਹ ਸਰੂਪ, ਉਹਦੇ ਬਾਰੇ ਵੀ ਜਿਹੜਾ ਵਾ ਉਹ ਤੁਸੀਂ ਦੱਸ ਨਹੀਂ ਰਹੇ। ਇਹਨਾਂ ਚੀਜ਼ਾਂ ਨੂੰ ਲੈ ਕੇ ਸੰਗਤ ਜਿਹੜੀ ਆ ਉਹ ਫਿਰ ਮੋਰਚਾ ਲੈ ਕੇ ਬਹਿ ਗਈ ਆ। ਅਤੇ ਕੁਛ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਟਾਸਕ ਫੋਰਸ ਆ ਅਤੇ ਜਿਹੜੀ ਸੰਗਤ ਆ, ਉਹਨਾਂ ਵਿੱਚ ਝੜਪਾਂ ਵੀ ਹੋਈਆਂ। ਇਹਦੇ 'ਤੇ ਅਲੱਗ-ਅਲੱਗ ਜਿਹੜੇ ਪੱਖ ਆ ਉਹ ਦੇਖਣ ਨੂੰ ਮਿਲਦੇ ਆ। ਕੋਈ ਕਹਿੰਦਾ ਵਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਸੀਗੀ, ਉਹਨਾਂ ਨੇ ਹਮਲਾ ਕੀਤਾ, ਅਤੇ ਹਮਲੇ ਦਾ ਕਾਰਨ ਕਈ ਦੱਸਦੇ ਆ ਕਿ ਪਹਿਲਾਂ ਜਿਹੜਾ ਪ੍ਰੋਟੈਸਟ ਕਰਦੇ ਪਏ ਸੀ, ਮੋਰਚਾ ਲੱਗਾ ਸੀ, ਉਹ ਇੱਕ ਅਲੱਗ ਜਗ੍ਹਾ 'ਤੇ ਲੱਗਾ ਸੀਗਾ। ਉਸ ਤੋਂ ਬਾਅਦ 'ਚੋਂ ਇਹਨਾਂ ਨੇ ਜਿਹੜਾ ਮੋਰਚਾ ਹੈ ਕਿਤੇ ਹੋਰ ਲਾ ਲਿਆ ਆਪਣਾ, ਉਹਨੂੰ ਲੈ ਕੇ ਕਹਿੰਦੇ ਆ ਕਿ ਇਹ ਝੜਪ ਹੋਈ ਆ। ਦੂਜਾ ਕਹਿੰਦੇ ਆ ਕਿ ਨਹੀਂ, ਜਿਹੜੀ ਸੰਗਤ ਦੇ ਵਿੱਚ ਸੀਗੇ ਲੋਕ, ਕੁਛ ਕੁ ਗਲਤ ਲੋਕ, ਉਹਨਾਂ ਨੇ ਜਿਹੜਾ ਵਾ ਉਹ ਉਕਸਾਇਆ, ਉਸ ਤੋਂ ਬਾਅਦ 'ਚ ਇਹ ਹੋਇਆ। ਅਲੱਗ-ਅਲੱਗ ਧਾਰਨਾਵਾਂ ਕਹਿ ਲਓ, ਅਲੱਗ-ਅਲੱਗ ਪਰਸਪੈਕਟਿਵ ਕਹਿ ਲਓ, ਲੋਕਾਂ ਦੇ ਬਣੇ ਹੋਏ ਆ। ਇੱਕ ਵੀਡੀਓ ਵੀ ਸਾਹਮਣੇ ਆਈ ਆ ਫਿਰ, ਉਹਦੇ ਵਿੱਚ ਕੀ ਹੋ ਰਿਹਾ ਵਾ ਕਿ ਜਿਹੜੇ ਨਿਹੰਗ ਸਿੰਘ ਆ ਉਹ ਆਪਣੀਆਂ ਕਿਰਪਾਨਾਂ ਕੱਢਦੇ ਪਏ ਆ। ਪਰ ਉਹ ਜੇ ਵੀਡੀਓ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਆ ਜਾਵੇ ਨਾ, ਤਾਂ ਪਤਾ ਲੱਗਦਾ ਕਿ ਉਹਨਾਂ ਦਾ ਵਰਤਾਰਾ ਜਿਹੜਾ ਉਹ ਇਸ ਤਰੀਕੇ ਦਾ ਵਾ, ਵਿਵਹਾਰ ਇਸ ਤਰੀਕੇ ਦਾ ਵਾ ਕਿ ਜਿਵੇਂ ਕਿਸੇ ਨੇ ਉਹਨਾਂ 'ਤੇ ਪਹਿਲਾਂ ਹਮਲਾ ਕੀਤਾ ਹੋਵੇ। ਕਿਉਂਕਿ ਇੱਕ ਜਿਹੜੀ CCTV ਦੀ ਫੁਟੇਜ ਆਉਂਦੀ ਆ, ਉਹਦੇ ਵਿੱਚ ਉਹ ਬਾਹਰ ਨਿਕਲਦੇ ਨਿਹੰਗ ਸਿੰਘ, ਜਿਹੜਾ ਪਹਿਲਾ ਨਿਹੰਗ ਸਿੰਘ ਹੁੰਦਾ ਵਾ, ਉਹਦੀ ਜਿਹੜੀ ਕਿਰਪਾਨ ਹੁੰਦੀ ਆ ਉਹ ਮਿਆਨ ਦੇ ਵਿੱਚ ਹੀ ਹੁੰਦੀ ਆ। ਜੇ ਆਪਾਂ ਕਹੀਏ ਕਿ ਪਹਿਲਾਂ ਇਹਨਾਂ ਨੇ ਹਮਲਾ ਕੀਤਾ ਹੁੰਦਾ ਤਾਂ ਉਹਦੀ ਕਿਰਪਾਨ ਜਿਹੜੀ ਆ ਉਹ ਮਿਆਨ 'ਚ ਨਹੀਂ ਹੁੰਦੀ। ਫਿਰ ਉਹ ਕਿਰਪਾਨ ਕੱਢਦਾ ਆਪਦੀ, ਉਸ ਤੋਂ ਬਾਅਦ 'ਚ ਹੋਰ ਨਿਹੰਗ ਸਿੰਘ ਆ ਜਾਂਦੇ, ਉਹ ਕਿਰਪਾਨਾਂ ਲਹਿਰਾਉਂਦੇ ਆ। ਜਿਹੜੀ ਵੀ ਘਟਨਾ ਹੋਈ, ਇਹ ਮੰਦਭਾਗੀ ਹੋਈ, ਚਾਹੇ ਤੁਸੀਂ ਟਾਸਕ ਫੋਰਸ ਦੇ ਨਾਲ ਆ, ਚਾਹੇ ਤੁਸੀਂ ਜਿਹੜੀ ਸੰਗਤ ਆ ਉਹਦੇ ਨਾਲ ਆ। ਇਹ ਚੀਜ਼ ਜਿਹੜੀ ਹੈ ਨਹੀਂ ਹੋਣੀ ਚਾਹੀਦੀ। ਮਤਲਬ ਜਿਹੜੇ ਮੁੱਦੇ ਆਪਾਂ ਸ਼ਾਂਤੀ ਨਾਲ, ਪਿਆਰ ਨਾਲ ਬਹਿ ਕੇ ਸੁਲਝਾ ਸਕਦੇ ਹਾਂ, ਉਹਨਾਂ ਮੁੱਦਿਆਂ ਦੇ ਵਿੱਚ ਹਥਿਆਰ ਲੈ ਕੇ ਆਉਣੇ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਗੀ। ਉਹ ਵੀ ਖਾਸ ਕਰ ਯਾਰ ਜਦੋਂ ਦੋਨੇ ਧਿਰਾਂ ਜਿਹੜੀਆਂ ਵਾ ਉਹ ਸੇਮ ਗੱਲ ਚਾਹੁੰਦੀਆਂ ਵਾ ਕਿ ਭਾਈ ਗੁਰੂ ਮਹਾਰਾਜ ਦਾ ਜਿਹੜਾ ਸਤਿਕਾਰ ਆ ਉਹ ਬਹਾਲ ਹੋਵੇ। ਇਹਨੂੰ ਲੈ ਕੇ ਹੀ ਤੁਸੀਂ ਯਾਰ ਕਿਰਪਾਨਾਂ ਕੱਢੀ ਜਾਂਦੇ ਆ, ਇਹ ਤਾਂ ਫਿਰ ਮੂਰਖਤਾ ਭਰੀ ਗੱਲ ਆ। ਫਿਰ ਸੰਗਤ ਦਾ ਜਿਹੜਾ ਰੋਹ ਸੀਗਾ ਉਹ ਘੱਟ ਕਰਨ ਲਈ ਵੀ ਸੰਗਤ ਘੱਟ ਪਹੁੰਚੇ। ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਟੀਨ ਦੀਆਂ ਕੰਧਾਂ ਹੁੰਦੀਆਂ ਨਾ, ਟੀਨ ਦੀਆਂ ਕੰਧਾਂ ਕੱਢਣੀਆਂ ਸ਼ੁਰੂ ਕਰਤੀਆਂ ਤਾਂ ਕਿ ਘੱਟ ਤੋਂ ਘੱਟ ਜਿਹੜੀ ਸੰਗਤ ਆ ਉਹ ਇਕੱਠੀ ਹੋ ਸਕੇ। ਦੇਖੋ, ਪ੍ਰੋਟੈਸਟ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੁੰਦਾ ਹੈ ਨਾ। ਤੁਸੀਂ ਇਹ ਕੰਧਾਂ ਕੱਢ ਕੇ ਵੀ ਘੱਟ ਸੰਗਤ ਆਵੇ, ਇਹ ਨਹੀਂ ਕਰ ਸਕਦੇ। ਹਾਂ, ਉਹਨਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਹੋਵੇ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਹੋ ਜਾਏ, ਤਾਂ ਕਰਕੇ ਅਸੀਂ ਇਹ ਨਹੀਂ ਕਰਨ ਦਿੰਦੇ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਯਾਰ, ਆਪਾਂ ਤਾਂ ਹੁਣ ਇਹ ਕਹਿਣ ਲੱਗ ਜਾਂਦੇ ਆ ਨਾ ਕਿ ਦੇਖੋ ਜੀ ਉੱਥੇ ਮਹੰਤ ਬੈਠੇ ਆ, ਉੱਥੇ ਤਾਂ ਨਰੈਣੂ ਬੈਠੇ ਆ। ਇਹੋ ਜਿਹੀਆਂ ਪੋਸਟਾਂ ਬਹੁਤ ਹੋਈਆਂ ਵਾ ਵਾਇਰਲ ਲਾਸਟ ਵੀਕ ਦੇ ਵਿੱਚ। ਜਿਹੜੇ ਲੋਕਾਂ ਨੂੰ ਪਤਾ ਵੀ ਨਹੀਂ ਗਾ ਕਿ ਗੱਲ ਹੈ ਕੀ, ਉਹ ਵੀ ਭੰਡਣ ਲੱਗ ਗਏ, ਕਿਉਂਕਿ ਇਹ ਸਿੱਖ ਕੌਮ ਦੀ ਜਿਹੜੀ ਪ੍ਰਮੁੱਖ ਸੰਸਥਾ ਵਾ ਉਹਨਾਂ ਵਿੱਚੋਂ ਆਉਂਦੀ ਹੈ ਸ਼੍ਰੋਮਣੀ ਕਮੇਟੀ। ਸੋ ਪਹਿਲਾਂ ਤੁਸੀਂ ਜਾਣੋ ਕਿ ਭਾਈ ਗੱਲ ਹੋਈ ਕੀ ਆ, ਉਸ ਤੋਂ ਬਾਅਦ 'ਚ ਤੁਸੀਂ ਆਪਣਾ ਪੱਖ ਰੱਖੋ। ਹਾਂ, ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ ਜਿਹੜਾ ਇਹ ਮੋਰਚਾ ਨਾ, ਇਹ ਮੋਰਚਾ ਕਿਤੇ ਗਲਤ ਲੋਕਾਂ ਦੇ ਹੱਥ ਦੇ ਵਿੱਚ ਨਾ ਚਲਾ ਜਾਵੇ, ਇਹਦਾ ਸੰਗਤ ਨੂੰ ਧਿਆਨ ਰੱਖਣਾ ਚਾਹੀਦਾ।
ਕਿਉਂਕਿ ਜਦੋਂ ਆਪਾਂ ਸਰਬੱਤ ਖਾਲਸੇ ਦੀ ਗੱਲ ਕਰਦੇ ਹਾਂ, ਉਹ ਸਰਬੱਤ ਖਾਲਸੇ ਦੇ ਵਿੱਚ 5 ਜਥੇਦਾਰ ਚੁਣੇ ਗਏ। ਉਹਨਾਂ ਦੀ ਕੀ ਦੇਣ ਆ ਪਿਛਲੇ 5-6 ਸਾਲਾਂ ਦੇ ਵਿੱਚ ਮੈਨੂੰ ਦੱਸੋ? ਕੁਛ ਉਹਨਾਂ ਨੇ ਇਹੋ ਜਿਹਾ ਦਿੱਤਾ ਪੰਥ ਨੂੰ ਆਪਾਂ ਕਹੀਏ ਕਿ ਸੇਧ ਦੇਤੀ ਆ। ਭਾਈ ਹਵਾਰਾ ਹੋਣੀ ਜਿਹੜੇ ਉਹ ਤਾਂ ਚੱਲ ਜੇਲ੍ਹ ਦੇ ਵਿੱਚ ਆ, ਪਰ ਉਹਨਾਂ ਦੀਆਂ ਵੀ ਕੋਈ ਨਾ ਕੋਈ ਚਿੱਠੀਆਂ ਜਾਂ ਕਹਿ ਲਓ ਗੱਲਾਂ ਬਾਹਰ ਆਉਂਦੀਆਂ ਰਹਿੰਦੀਆਂ ਵਾ। ਪਰ ਜਿਹੜੇ ਲੋਕ ਬਾਹਰ ਬੈਠੇ ਆ, ਉਹਨਾਂ ਨੇ ਕੀ ਦਿੱਤਾ ਵਾ? ਹੁਣ ਦਾਦੂਵਾਲ ਹੋਣੀ ਕਹਿੰਦੇ ਕਿ ਨਹੀਂ ਜਿਹੜੀ ਜਥੇਦਾਰੀ ਹੈ ਮੈਂ ਉਹ ਤੋਂ ਅਸਤੀਫਾ ਦੇ ਦਿੰਦਾ ਵਾ, ਮੇਰੇ ਤੋਂ ਇਹ ਕੰਮ ਹੋਣਾ ਨਹੀਂਗਾ, ਜਾਂ ਡਿਊਟੀ ਜਿਹੜੀ ਇਹ ਭਾਰੀ ਆ, ਉਹ ਫਿਰ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਹਰਿਆਣੇ ਦੀ ਆ, ਉਹ ਉੱਧਰਲੇ ਪਾਸੇ ਚਲੇ ਗਏ। ਕੀ ਸਿੱਟਾ ਨਿਕਲਿਆ ਇੱਥੋਂ ਫਿਰ? ਉਵੇਂ ਫਿਰ ਬਰਗਾੜੀ ਕਾਂਡ ਦੇ ਵਿੱਚ ਮੋਰਚਾ ਲੱਗਿਆ ਉੱਥੇ, ਵੀ ਸਿੰਘ ਸ਼ਹੀਦ ਕਰਤੇ, ਗੁਰੂ ਸਾਹਿਬ ਦੀ ਬੇਅਦਬੀ ਕਰਤੀ। ਉਹ ਜਿਹੜਾ ਮੋਰਚਾ ਵਾ ਉਹ ਵੀ ਚੱਕਿਆ ਗਿਆ, ਉਹਦਾ ਵੀ ਕੋਈ ਫਲ ਨਹੀਂ ਨਿਕਲਿਆ। ਜਿਹੜਾ ਇਹ ਹੁਣ ਮੋਰਚਾ ਲਾਇਆ ਹੋਇਆ ਸੰਗਤ ਨੇ, ਕੋਸ਼ਿਸ਼ ਕਰੋ ਕਿ ਗਲਤ ਲੋਕਾਂ ਦੇ ਹੱਥ ਦੇ ਵਿੱਚ ਨਾ ਚਲਾ ਜਾਵੇ। ਕਿਉਂਕਿ ਕਈ ਵਾਰੀ ਕੀ ਹੁੰਦਾ ਵਾ, ਇਹੋ ਜਿਹੇ ਜਿਹੜੇ ਵੀ ਹੁੰਦੇ ਆ ਨਾ ਮੋਰਚੇ, ਉਹਨਾਂ ਵਿੱਚੋਂ ਪੋਲੀਟੀਕਲ ਥਾਟਸ ਜਿਹੜੇ ਆ ਉਹ ਤੁਹਾਡੇ ਬਾਹਰ ਆਉਂਦੇ ਆ। ਜਦੋਂ ਹੁਣ ਕਰਪਸ਼ਨ ਦੇ ਅਗੇਂਸਟ ਇੱਕ ਮੋਰਚਾ ਲੱਗਿਆ ਸੀ ਦਿੱਲੀ ਦੇ ਵਿੱਚ, ਉਹ 'ਚੋਂ ਫਿਰ ਆਪ ਪਾਰਟੀ ਬਾਹਰ ਆਉਂਦੀ, ਉਸ 'ਚੋਂ ਕੇਜਰੀਵਾਲ ਬਾਹਰ ਆਉਂਦਾ ਵਾ। ਹੈ ਨਾ? ਇਹ ਜਿਹੜਾ ਮੋਰਚਾ ਵਾ ਇਹ ਪੋਲੀਟੀਕਲ ਮੋਰਚਾ ਨਹੀਂ ਗਾ, ਇਹ ਧਾਰਮਿਕ ਮੋਰਚਾ ਵਾ। ਅਤੇ ਲੋਕਾਂ ਨੂੰ ਚਾਹੀਦਾ ਵਾ, ਸੰਗਤ ਨੂੰ ਚਾਹੀਦਾ ਵਾ ਕਿ ਕੋਈ ਉਹ ਇਹੋ ਜਿਹੀ ਗੱਲ ਨਾ ਕਰਨ, ਇਹੋ ਜਿਹੇ ਲੋਕਾਂ ਨੂੰ ਨਾ ਲੈ ਕੇ ਆਉਣ ਜਿਹੜੇ ਇਸ ਮੋਰਚੇ ਨੂੰ ਇੱਕ ਗਲਤ ਡਾਇਰੈਕਸ਼ਨ ਦੇਣ। ਉਸ ਤੋਂ ਬਾਅਦ 'ਚ ਫਿਰ ਜਿਹੜੇ ਗਿਆਨੀ ਹਰਨਾਮ ਸਿੰਘ ਹੋਣੀ ਆ, ਉਹਨਾਂ ਦੀ ਵੀ ਵੀਡੀਓ ਆਈ ਆ। ਉਹਨਾਂ ਨੇ ਵੀ ਕਿਹਾ ਵਾ ਕਿ ਭਾਈ ਜਿਹੜੇ ਇਹ ਰਿਪੋਰਟ ਹੈ ਜਨਤਕ ਕਰਨੀ ਚਾਹੀਦੀ ਸੀਗੀ, ਇਹ ਜਿਹੜੀਆਂ ਗੱਲਾਂ ਹੋਈਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਜੇ ਉਹ ਰਿਪੋਰਟ ਜਨਤਕ ਕਰ ਦਿੰਦੇ, ਜਿਹੜੀ ਜਾਂਚ ਰਿਪੋਰਟ ਸੀਗੀ, ਮੰਨ ਲਓ ਉਹਨਾਂ ਨੇ ਨੈੱਟ 'ਤੇ ਪਾਤੀ, ਉਹਨਾਂ ਦੀ ਕਮੇਟੀ ਦੀ ਵੈੱਬਸਾਈਟ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੀ ਰਿਪੋਰਟ ਆ ਉਹ ਤੁਸੀਂ ਨੈੱਟ 'ਤੇ ਪਾ ਦਿਓ। ਜਿਹੜਾ ਫੈਸਲਾ ਲਿੱਤਾ ਜਾਂਦਾ ਉਹਦੀਆਂ ਕਾਪੀਆਂ ਵੀ ਤੁਸੀਂ ਨੈੱਟ 'ਤੇ ਪਾ ਦਿਓ, ਤਾਂ ਕਿ ਸਾਰੀ ਜਿਹੜੀ ਸਿੱਖ ਸੰਗਤ ਆ ਉਹ ਪੜ੍ਹ ਸਕੇ। ਪਰ ਜਿਹੜਾ ਇੱਦਾਂ ਵਾ, ਇੱਦਾਂ ਨਹੀਂ ਹੋਇਆ। ਹੁਣ ਉਹਨਾਂ ਨੇ ਕੀ ਕਿਹਾ ਗਿਆਨੀ ਹਰਨਾਮ ਸਿੰਘ ਹੋਣਾ ਨੇ, ਮੰਨ ਲਓ ਕਿ ਤੁਸੀਂ ਉਹ ਜਨਤਕ ਕਰ ਦਿੰਦੇ ਰਿਪੋਰਟ, ਸਿੱਖ ਪੜ੍ਹਦੇ, ਉਹਨਾਂ ਨੇ ਕੁਛ ਕਮੀਆਂ ਖਾਮੀਆਂ ਲੱਗਦੀਆਂ, ਉਹ ਫਿਰ ਪੁਆਇੰਟ ਉਠਾਉਂਦੇ ਹੈ ਨਾ। ਦੇਖੋ ਇਹ ਕਿੰਨੀ ਗੱਲ ਵੱਧ ਗਈ ਆ ਹੁਣ। ਇੱਕ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਹੈਂਡਲ ਕਰ ਸਕਦੇ ਸੀਗੇ। ਜਿਹੜੀ ਉਹ ਰਿਪੋਰਟ ਆ ਫਿਰ ਉਹ ਵੀ ਕਹਿੰਦੇ ਸੀ ਕਿ ਉਹਨਾਂ ਨੇ ਔਨਲਾਈਨ ਪਾਈ ਸੀਗੀ, ਪਰ ਉਹਦੇ ਪਤਾ ਨਹੀਂ ਕਹਿੰਦੇ 10 ਕੁ ਪੇਜ ਹੀ ਪਾਏ ਸੀ। ਵੀ ਉਹਦਾ ਕੀ ਫਾਇਦਾ ਯਾਰ, ਜਿਹੜੀ ਹੋਲ ਰਿਪੋਰਟ ਆ ਜਿੰਨੇ ਮਰਜ਼ੀ ਪੇਜ ਹੋਣ, 200 300 500, ਉਹ ਪੂਰੀ ਰਿਪੋਰਟ ਤੁਸੀਂ ਪਾਵੋ ਤਾਂ ਕਿ ਹਰ ਇੱਕ ਨੂੰ ਪਤਾ ਚੱਲੇ। ਯਾਰ ਆਪਾਂ ਸਿੱਖ ਹਾਂ ਹੈ ਨਾ, ਜੇ ਸਿੱਖ ਧਰਮ ਦੇ ਵਿੱਚ ਕੁਛ ਹੁੰਦਾ ਵਾ ਗਲਤ, ਤਾਂ ਹਰ ਇੱਕ ਸਿੱਖ ਨੂੰ ਇਹ ਚਾਹੀਦਾ ਵਾ, ਹਰ ਇੱਕ ਸਿੱਖ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਭਾਈ ਇਹ ਚੀਜ਼ ਐਂ ਹੋਈ ਆ। ਹੁਣ ਜਿਹੜੇ ਲੋਕ ਪਹਿਲਾਂ ਹੀ ਸਿੱਖ ਸੰਸਥਾਵਾਂ ਨੂੰ ਨਫ਼ਰਤ ਕਰਦੇ ਸੀਗੇ, ਕਈ ਲੋਕਾਂ ਨੇ ਇਹੋ ਜਿਹੀਆਂ ਪੋਸਟਾਂ ਸ਼ੇਅਰ ਕਰਕੇ ਕਿ ਉੱਥੇ ਨਰੈਣੂ ਬੈਠੇ ਆ, ਉੱਥੇ ਮਹੰਤ ਬੈਠੇ ਆ, ਉਹਨਾਂ ਦਾ ਜਿਹੜਾ ਭਰੋਸਾ ਸਿੱਖ ਸੰਸਥਾਵਾਂ 'ਤੇ ਉਹ ਹੋਰ ਡਿੱਗਣ ਲੱਗ ਗਿਆ। ਜਿਵੇਂ ਕਿਸੇ ਨੇ ਕਿਹਾ ਸੀਗਾ ਕਿ ਭਾਈ ਧਾਰਮਿਕ ਸਥਾਨਾਂ ਦੀ ਜਗ੍ਹਾ 'ਤੇ ਤੁਸੀਂ ਨਾ ਸਕੂਲ ਖੋਲ੍ਹ ਦਿਓ, ਹਸਪਤਾਲ ਖੋਲ੍ਹ ਦਿਓ। ਦੇਖੋ ਜਿਹੜੀਆਂ ਸੰਸਥਾਵਾਂ ਹੁੰਦੀਆਂ ਨਾ, ਕੁਝ ਸੰਸਥਾਵਾਂ ਦਾ ਕੰਮ ਉਹ ਕੁਝ ਸੰਸਥਾਵਾਂ ਹੀ ਕਰ ਸਕਦੀਆਂ, ਹੋਰ ਨਹੀਂ ਕਰ ਸਕਦੇ। ਹੁਣ ਜੇ ਮੰਨ ਲਓ ਪੁਲਿਸ ਅਫਸਰ ਆ, 2-4 ਪੁਲਿਸ ਅਫਸਰ ਮਾੜੇ ਹੋ ਗਏ ਨਾ, ਮਤਲਬ ਐਂ ਥੋੜ੍ਹੀ ਨਾ ਆਪਾਂ ਇਹ ਕਹਿਣ ਲੱਗ ਜਾਂਗੇ ਜਿਹੜੇ ਪੁਲਿਸ ਸਟੇਸ਼ਨਸ ਆ ਉਹ ਸਾਰੇ ਬੰਦ ਕਰ ਦਿਓ ਤੁਸੀਂ। ਐਂ ਤਾਂ ਨਹੀਂ ਗੱਲ ਬਣਨੀ ਨਾ। ਉਵੇਂ ਮੰਨ ਲਓ ਸ਼੍ਰੋਮਣੀ ਕਮੇਟੀ ਦੇ ਵਿੱਚ ਜੇ ਕੁਛ ਕੁ ਗਲਤ ਲੋਕ ਆ ਗਏ, ਉਹਨਾਂ ਨੇ ਗਲਤ ਕੰਮ ਕਰਤਾ, ਆਪਾਂ ਸ਼੍ਰੋਮਣੀ ਕਮੇਟੀ ਨੂੰ ਹੀ ਮਾੜਾ ਕਹਿਣ ਲੱਗ ਜਾਈਏ। ਇਹ ਜਿਹੜੀ ਚੀਜ਼ ਆ ਇਹ ਗਲਤ ਆ। ਤੁਹਾਡਾ ਰੋਸ ਹੈਗਾ ਵਾ, ਸਮਝ ਸਕਦਾ ਵਾਂ ਮੈਂ, ਪਰ ਤੁਸੀਂ ਉਹ ਵੇਗ ਦੇ ਵਿੱਚ ਨਾ ਬਹਿ ਜਿਓ ਕਿ ਆਪਾਂ ਆਪਣੀਆਂ ਸੰਸਥਾਵਾਂ ਨੂੰ ਹੀ ਭੰਡਣ ਲੱਗ ਜਾਈਏ। ਅਤੇ ਇਹ ਵੀ ਗੱਲ ਦੇਖਣੀ ਚਾਹੀਦੀ ਹੈ ਆਪਾਂ ਨੂੰ ਕਿ ਜਿਹੜੇ ਸਿੱਖ ਵਿਰੋਧੀ ਲੋਕ ਆ, ਉਹ ਜਿਹੜਾ ਇਹ ਮੋਰਚਾ ਵਾ ਉਹਦਾ ਫਾਇਦਾ ਨਾ ਉਠਾ ਦੇਣ ਕਿ ਆਪਾਂ ਨੂੰ ਆਪਸ ਦੇ ਵਿੱਚ ਹੀ ਨਾ ਲੜਾ ਦੇਣ। ਜਿਵੇਂ ਆਹ ਹੁਣ ਥੋੜ੍ਹਾ ਜਿਹਾ ਸ਼ੁਰੂ ਹੋਇਆ ਹੀ ਆ ਨਾ, ਉੱਧਰ ਨਰੈਣੂ ਬੈਠਾ ਜੀ, ਉੱਧਰ ਮਹੰਤ ਬੈਠਾ ਵਾ। ਕਿੱਧਰ ਚਲੀਆਂ ਗਈਆਂ ਇਹ ਗੱਲਾਂ? ਇੱਕ ਖਬਰ ਵੀ ਆਈ ਸੀਗੀ, ਉਹ 'ਚ ਕਿਹਾ ਗਿਆ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਸ਼ਰਤਾਂ ਵਾ ਉਹ ਵਿਚਾਰ ਅਧੀਨ ਆ, ਮੰਨ ਲਾਂਗੇ, ਜਾਂ ਫਿਰ ਉਹ 'ਤੇ ਵਿਚਾਰ ਚੱਲਦੀ ਪਈ ਆ, ਪਰ ਮੋਰਚਾ ਹਜੇ ਵੀ ਚੱਲ ਰਿਹਾ ਵਾ। ਇਹ ਦੇਖਦੇ ਹਾਂ ਜੀ ਮੋਰਚਾ ਕਿੰਨਾ ਕੁ ਅੱਗੇ ਜਾਂਦਾ ਵਾ ਅਤੇ ਇਸ ਮੋਰਚੇ ਦਾ ਕੀ ਸਿੱਟਾ ਨਿਕਲਦਾ ਵਾ। ਇਹ ਵੀ ਮੈਂ ਦੱਸਣਾ ਚਾਹੁੰਦਾ, ਜਿਹੜੀ ਸੰਗਤ ਆ, ਇਕੱਲੀ ਸੰਗਤ 'ਤੇ ਨਹੀਂ ਹੋਇਆ ਸੀਗਾ ਹਮਲਾ, ਜਿਹੜੇ ਮੀਡੀਆ ਦੇ ਲੋਕ ਸੀਗੇ ਕਹਿੰਦੇ ਉਹਨਾਂ 'ਤੇ ਵੀ ਹਮਲਾ ਹੋਇਆ। ਫਿਰ ਇਹ ਵੀ ਕਿਹਾ ਗਿਆ ਕਿ ਜੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆ, ਉਹਨਾਂ ਨੇ ਮੀਡੀਆ ਤੋਂ ਮਾਫ਼ੀ ਮੰਗੀ। ਯਾਰ ਤੁਸੀਂ ਪਹਿਲਾਂ ਕੰਮ ਹੀ ਇਹੋ ਜਿਹਾ ਕਿਉਂ ਕੀਤਾ ਵਾ ਕਿ ਤੁਹਾਨੂੰ ਮਾਫ਼ੀ ਮੰਗਣੀ ਪੈ ਜੇ? ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ, ਜਦੋਂ ਪੁਲਿਸ ਦੀ ਗੱਲ ਆਉਂਦੀ ਆ, ਜਿਹੜਾ ਪੁਲਿਸ ਵਾਲਾ ਕੋਈ ਵੀ ਗਲਤ ਕੰਮ ਕਰਦਾ, ਕੋਈ ਇਨੋਸੈਂਟ ਨੂੰ ਮਾਰਦਾ ਵਾ, ਟਾਰਚਰ ਕਰਦਾ ਵਾ, ਉਹ ਕਦੇ ਵੀ ਆਪਣੇ ਸਿਰ 'ਤੇ ਨਹੀਂ ਕਰਦਾ, ਉਹਨੂੰ ਹੁਕਮ ਹੁੰਦਾ ਉੱਤੋਂ, ਜਾਂ ਫਿਰ ਕਹਿ ਲਓ ਕਿ
ਉਹਨੂੰ ਪਤਾ ਹੁੰਦਾ ਕਿ ਜੇ ਮੈਂ ਗਲਤ ਕੰਮ ਕਰਤਾ ਜਿਹੜਾ ਉੱਪਰ ਬੈਠਾ ਮੈਨੂੰ ਉਹ ਬਚਾ ਲੂਗਾ। ਹੁਣ ਜਿਹੜਾ ਇਹ ਹਮਲਾ ਸੀਗਾ, ਜੇ ਟਾਸਕ ਫੋਰਸ ਵਾਲਿਆਂ ਨੇ ਪਹਿਲਾਂ ਪਹਿਲ ਕੀਤੀ ਆ, ਤਾਂ ਇਹਨਾਂ ਨੂੰ ਕਿਹਨੇ ਕਿਹਾ ਸੀ ਇਹ ਕਰਨ ਲਈ? ਕੀ ਉਸ ਬੰਦੇ ਦਾ ਨਾਮ ਹੈਗਾ ਵਾ? ਕੀ ਉਸ ਬੰਦੇ ਨੂੰ ਬਾਹਰ ਕੱਢਤਾ ਕਿ ਭਾਈ ਤੁਸੀਂ ਹਮਲਾ ਕੀਤਾ ਵਾ? ਸੋ ਧਿਆਨ ਰੱਖੋ ਉੱਥੇ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ, ਕਿਉਂਕਿ ਆਪਣਾ ਉਹ ਮੇਨ ਸਥਾਨ ਆ ਦਰਬਾਰ ਸਾਹਿਬ ਕੰਪਲੈਕਸ, ਹੈ ਨਾ। ਉੱਥੇ ਅਕਾਲ ਤਖ਼ਤ ਸਾਹਿਬ ਵੀ ਹੈਗਾ, ਉੱਥੇ ਹਰਿਮੰਦਰ ਸਾਹਿਬ ਵੀ ਹੈਗਾ, ਉੱਥੇ ਬਹੁਤ ਸਾਰੀਆਂ ਸਰਾਵਾਂ ਹੈਗੀਆਂ, ਬਹੁਤ ਸਾਰੀਆਂ ਚੀਜ਼ਾਂ ਉੱਥੇ। ਕੋਈ ਇਹੋ ਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਆਪਣਾ ਸਿਰ ਨੀਵਾਂ ਹੋਵੇ। ਅੱਗੇ ਚੱਲਦੇ ਹਾਂ ਜੀ ਆਪਾਂ। ਅਕਾਲ ਤਖ਼ਤ ਵੱਲੋਂ ਜਿਹੜੀ ਅੰਤਰਿੰਗ ਕਮੇਟੀ ਸੀਗੀ ਉਹਨੂੰ ਤਨਖਾਹ ਲਾਈ ਗਈ ਆ। ਜਿਹੜਾ ਇਹ ਲਾਲ ਚੱਡੀ ਵਾਲਾ ਸੀਗਾ ਜਤਿੰਦਰ ਪੰਨੂ, ਉਹ ਕਹਿੰਦਾ ਸੀਗਾ ਜੀ ਦੇਖੋ ਡੇਟ ਨਹੀਂ ਪਾਈ, ਸਾਲ ਨਹੀਂ ਪਾਈ, ਪਤਾ ਨਹੀਂ ਕਦੋਂ ਕਰਨਗੇ ਇਹਨਾਂ 'ਤੇ ਫੈਸਲਾ। ਆਹ ਹੋ ਗਿਆ ਫੈਸਲਾ। ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਹੜਾ ਪ੍ਰੈਸ ਨੋਟ ਆ, ਪ੍ਰੈਸ ਨੋਟ ਦੇ ਵਿੱਚ ਡੇਟ ਲਿਖੀ ਹੋਈ ਆ, ਅਤੇ ਸਭ ਤੋਂ ਵੱਡੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਵੀਡੀਓ ਦੇ ਵਿੱਚ ਕਿਹਾ ਕਿ ਉਹਨਾਂ ਨੇ ਕਦੋਂ ਹਾਜ਼ਰ ਹੋਣਾ। 18 ਤਰੀਕ ਨੂੰ ਕਿਹਾ ਸੀਗਾ ਉਹਨਾਂ ਨੂੰ, ਅਤੇ 18 ਤਰੀਕ ਨੂੰ ਉਹ ਹਾਜ਼ਰ ਹੋਏ। ਸੋ ਬਹੁਤ ਸਾਰੇ ਉੱਥੇ ਬੰਦੇ ਆਏ, ਉਹਨਾਂ ਨੇ ਕਿਹਾ ਕਿ ਭਾਈ ਸਾਡੇ ਤੋਂ ਗਲਤੀ ਹੋਈ ਆ, ਮਾफ़ ਕੀਤਾ ਜਾਵੇ। ਫਿਰ ਉਹਨਾਂ ਨੂੰ ਸਜ਼ਾਵਾਂ ਲੱਗੀਆਂ। ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ, ਉਹ ਇਹ ਕਿ ਓਪਨਲੀ ਸਜ਼ਾ ਲੱਗੀ ਹੈ ਇਹਨਾਂ ਨੂੰ। ਸ਼ਾਇਦ ਪਹਿਲਾਂ ਵੀ ਐਂ ਹੋਇਆ ਹੋਵੇ, ਪਰ ਮੈਨੂੰ ਯਾਦ ਨਹੀਂ। ਮੈਨੂੰ ਇਹ ਬਹੁਤ ਸਹੀ ਲੱਗਿਆ ਯਾਰ ਕਿ ਸੰਗਤ ਰੂਪ ਦੇ ਵਿੱਚ ਬੈਠੇ ਆ ਲੋਕ, ਅਤੇ ਜਿਹੜੇ ਵੀ ਆਉਂਦੇ ਆ ਕਲਪ੍ਰਿਟਸ ਕਹਿ ਲਓ ਕਿ ਜਾਂ ਕਹਿ ਲਓ ਜਿਨ੍ਹਾਂ ਨੂੰ ਸਜ਼ਾਵਾਂ ਲੱਗਣੀਆਂ ਵਾ, ਉਹ ਆਉਂਦੇ ਆ ਅਤੇ ਸਾਹਮਣੇ ਖੜ੍ਹਦੇ ਆ ਅਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਭਾਈ ਤੁਹਾਡੀ ਗਲਤੀ ਸੀ, ਤੁਹਾਡੀ ਇਹ ਸਜ਼ਾ ਵਾ। ਇਹ ਬਹੁਤ ਵਧੀਆ ਵਾ। ਜਿੰਨੀਆਂ ਵੀ ਆਉਂਦੀਆਂ ਨਾ ਇਹੋ ਜਿਹੀਆਂ ਗੱਲਾਂ, ਸ਼ਾਇਦ ਇਹ ਪਹਿਲਾਂ ਵੀ ਐਂ ਹੁੰਦਾ ਹੋਵੇ, ਮੈਂ ਪਹਿਲੀ ਵਾਰੀ ਦੇਖਿਆ ਜਿਵੇਂ ਮੈਂ ਪਹਿਲਾਂ ਗਿਆ, ਪਰ ਆਉਣ ਵਾਲੇ ਸਮੇਂ 'ਚ ਐਂ ਹੋਣਾ ਚਾਹੀਦਾ ਤਾਂ ਕਿ ਓਪਨਲੀ ਸਾਰਿਆਂ ਨੂੰ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਜਿਹੜੇ ਸੀ ਗਲਤ ਆ, ਉਹਨਾਂ ਨੇ ਕਿਵੇਂ ਮਾफ़ੀ ਮੰਗੀ ਅਤੇ ਕੀ ਫੈਸਲੇ ਸੁਣਾਏ ਗਏ। ਇਹ ਸਾਰੀ ਚੀਜ਼ ਜਿਹੜੀ ਆ ਰਿਕਾਰਡਡ ਆ, ਇੰਟਰਨੈਟ 'ਤੇ ਵੀ ਪਈ ਆ, ਤੁਸੀਂ ਦੇ ਸਕਦੇ ਆ। ਮੈਂ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਉਹਨਾਂ 'ਚ ਇੱਕ ਬੰਦਾ ਸੀਗਾ, ਹੁਣ ਮੈਨੂੰ ਨਾਮ ਨਹੀਂ ਯਾਦ ਆਉਂਦਾ, ਉਹ ਕਹਿੰਦਾ ਕਿ ਜੇ ਗਲਤੀ ਹੋਈ ਹੋਵੇ ਜਾਂ ਜੇ ਗਲਤ ਹੋਈਏ, ਐਂ ਜੇ ਉਹਨੇ ਗੱਲ ਕਹੀ, ਅਤੇ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਨੇ ਕਿਹਾ ਕਿ ਜੇ ਦਾ ਕੀ ਮਤਲਬ ਆ, ਗਲਤੀ ਹੋਈ ਆ। ਯਾਰ ਕਿੱਡੀ ਸਹੀ ਗੱਲ ਆ ਯਾਰ ਇਹ। ਲੋਕ ਜੇ ਕਹਿ ਦਿੰਦੇ ਆ ਕਿ ਜੇ ਗਲਤੀ ਕੀਤੀ ਹੋਵੇ, ਹੈ ਨਾ। ਜਿਵੇਂ ਢਿੱਡਰੀ ਆ, ਢਿੱਡਰੀ ਜੇ ਬਹੁਤ ਲਾਉਂਦਾ, ਜੇ ਇਹਨਾਂ ਨੇ ਐਂ ਕਰਤਾ, ਜੇ ਉਹ ਐਂ ਕਰਤਾ, ਨਹੀਂ ਤੂੰ ਗਲਤ ਆ ਤਾਂ ਗਲਤ ਆ, ਖਤਮ ਗੱਲ। ਜੇ ਜੂ ਨਹੀਂ ਹੈਗਾ ਇਹਦੇ ਵਿੱਚ ਕੁਛ। ਸੋ ਇਹ ਗੱਲ ਹੋਈ। ਉਸ ਤੋਂ ਬਾਅਦ 'ਚੋਂ ਇਹ ਕਿਹਾ ਗਿਆ ਕਿ ਜਿਹੜੀ ਅੰਤਰਿੰਗ ਕਮੇਟੀ ਦੇ ਮੈਂਬਰ ਆ, ਉਹ 1 ਸਾਲ ਤੱਕ ਸ਼੍ਰੋਮਣੀ ਕਮੇਟੀ ਵਿੱਚ ਕੋਈ ਵੀ ਅਹੁਦਾ ਨਾ ਲੈਣ, ਅਤੇ 1 ਮਹੀਨੇ ਤੱਕ ਜਨਤਕ ਸਮਾਗਮਾਂ ਦੇ ਵਿੱਚ ਨਾ ਬੋਲਣ। ਇਹ ਗੱਲਾਂ ਕਹੀਆਂ ਗਈਆਂ। ਜਿਹੜੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਸੀਗੀ, ਉਹਦੇ 'ਚ ਫਿਰ ਇਹ ਵੀ ਮੁੱਦਾ ਉੱਠਿਆ ਸੀਗਾ, ਕਿਉਂਕਿ ਇਹ ਨਾਲ ਦੀਆਂ ਘਟਨਾਵਾਂ ਹੀ ਆ ਨਾ। ਜਿਵੇਂ ਉੱਥੇ ਸੰਗਤ ਪ੍ਰੋਟੈਸਟ ਕਰਦੀ ਪਈ ਆ, ਮੋਰਚਾ ਲਾਇਆ ਵਾ, ਉਹਦੇ ਵਿੱਚ ਫਿਰ ਜਦੋਂ ਹਮਲਾ ਹੁੰਦਾ, ਇੱਕ ਨਿਹੰਗ ਸਿੰਘ ਦੀ ਦਸਤਾਰ ਲੈ ਜਾਂਦੀ ਆ, ਅਤੇ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਨੇ ਇਹਦਾ ਵੀ ਨੋਟਿਸ ਲਿੱਤਾ ਵਾ। ਉਸ ਬੰਦੇ ਨਾਲ ਹੋਊਗਾ ਕਿ ਜਿਹਨੇ ਦਸਤਾਰ ਲਾਈ ਆ, ਉਹ ਨਹੀਂ ਪਤਾ ਆਪਾਂ ਨੂੰ। ਉਹ 'ਤੇ ਕੋਈ ਫੈਸਲਾ ਆਊਗਾ ਕਿ ਨਹੀਂ, ਉਹਨੂੰ ਸਜ਼ਾ ਲੱਗੂਗੀ ਕਿ ਨਹੀਂ, ਇਹਦੇ ਬਾਰੇ ਹਜੇ ਕੁਛ ਨਹੀਂ ਪਤਾ। ਜਿਹੜਾ ਲੌਂਗੋਵਾਲ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਉਹਦੀ ਦੂਜੀ ਵਾਰੀ ਤਨਖਾਹ ਲੱਗੀ ਆ। ਸਰਸੇ ਵਾਲੇ ਕੋਲ ਗਿਆ ਸੀਗਾ, ਹੋਰ ਵੀ ਇਹਦੇ ਨਾਲ ਕਾਂਗਰਸੀ ਲੀਡਰ ਵੀ ਸੀਗੇ, ਅਕਾਲੀ ਵੀ ਸੀਗੇ, ਵੋਟਾਂ ਮੰਗਣ ਗਿਆ ਸੀਗਾ। ਉਦੋਂ ਤਨਖਾਹ ਲੱਗੀ ਸੀ ਉਹਨੂੰ 2017 ਦੇ ਵਿੱਚ, ਅਤੇ ਬਾਅਦ 'ਚ ਦੂਜੀ ਵਾਰੀ ਹੁਣ ਲੱਗੀ ਆ ਤਨਖਾਹ। ਕਈ ਲੋਕ ਇਹ ਵੀ ਕਹਿ ਰਹੇ ਆ ਕਿ ਜਿਹੜਾ ਇਹ ਫੈਸਲਾ ਵਾ, ਇਹ ਕੁਛ ਨਹੀਂ ਗਾ ਜੀ, ਇਹ ਬਹੁਤ ਘੱਟ ਆ, ਇਹਨਾਂ ਨੇ ਗਲਤ ਕੀਤਾ ਵਾ, ਇਹਨਾਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਵਾ। ਦੇਖੋ, ਜਦੋਂ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਨਾ, ਜਦੋਂ ਵੀ ਬੰਦਾ ਕੋਈ ਅਕਾਲ ਤਖ਼ਤ 'ਤੇ ਆਉਂਦਾ ਵਾ ਆਪਣੀ ਭੁੱਲ ਬਖਸ਼ਾਉਣ ਦੇ ਲਈ, ਉਹਨੂੰ ਉੱਥੇ ਫਿਜ਼ੀਕਲ ਟਾਰਚਰ ਨਹੀਂ ਕੀਤਾ ਜਾਂਦਾ। ਜੇ ਆਪਣੇ ਤੋਂ ਗਲਤੀ ਹੋਈ ਆ ਐਜ਼ ਏ ਸਿੱਖ, ਤਾਂ ਆਪਣੀ ਜਿਹੜੀ ਸਜ਼ਾ ਹੋਊਗੀ ਉਹ ਇਹੀ ਹੋਊਗੀ ਕਿ ਆਪਾਂ ਗੁਰੂ ਸਾਹਿਬ ਦੇ ਨੇੜੇ ਹੋ ਜਾਈਏ ਹੋਰ। ਜੇ ਆਪਾਂ ਕੋਈ ਗਲਤੀ ਕਰਕੇ ਗੁਰੂ ਸਾਹਿਬ ਤੋਂ ਦੂਰ ਹੋ ਗਏ ਹਾਂ, ਤਾਂ ਆਪਾਂ ਕੁਛ ਐਸਾ ਕਰੀਏ ਕਿ ਗੁਰੂ ਸਾਹਿਬ ਦੇ ਕੋਲ ਚਲੇ ਜਾਈਏ। ਅਤੇ ਉਹ ਕੋਲ ਚਲੇ ਜਾਣ ਦੇ 2 ਹੀ ਤਰੀਕੇ ਹੁੰਦੇ ਆ, ਇੱਕ ਹੁੰਦਾ ਬਾਣੀ ਪੜ੍ਹਨੀ, ਇੱਕ ਹੁੰਦਾ ਸੇਵਾ ਕਰਨੀ। ਅਕਾਲ ਤਖ਼ਤ 'ਤੇ ਦੇਖੋ ਮੈਕਸੀਮਮ ਜਿੰਨੀਆਂ ਵੀ ਸਜ਼ਾਵਾਂ ਲੱਗਦੀਆਂ ਵਾ, ਉਹ ਜਾਂ ਬਾਣੀ ਨੂੰ ਕਹਿੰਦੇ ਆ ਕਿ ਪੜ੍ਹੋ, ਜਾਂ ਕਹਿੰਦੇ ਆ ਕਿ ਸੇਵਾ ਕਰੋ ਤੁਸੀਂ। ਫਿਰ ਜਿਹੜੇ ਲੋਕ ਸੀਗੇ, ਇਹਨਾਂ ਨੂੰ ਝਾੜੂ ਦੀ ਸੇਵਾ ਦਿੱਤੀ ਗਈ, ਸਹਿਜ ਪਾਠ ਕਰਨ ਲਈ ਵੀ ਕਿਹਾ ਗਿਆ, 1100 ਰੁਪਏ ਦੀ ਦੇਗ ਕਰਾਉਣ ਲਈ ਵੀ ਕਿਹਾ ਗਿਆ, 1100 ਰੁਪਏ ਗੋਲਕ 'ਚ ਪਾਉਣ ਲਈ ਵੀ ਕਿਹਾ ਗਿਆ। ਇਹੀ ਸਜ਼ਾਵਾਂ ਹੁੰਦੀਆਂ ਯਾਰ, ਧਾਰਮਿਕ ਸਜ਼ਾਵਾਂ। ਹੁਣ ਐਂ ਤਾਂ ਹੈ ਨਹੀਂ ਗਾ ਕਿ ਜੇ ਇਹਨਾਂ ਨੇ ਗਲਤੀ ਕੀਤੀ ਹੈ, ਇਹਨਾਂ ਨੂੰ ਆਪਾਂ ਪਿੱਲਰ ਨਾਲ ਬੰਨ੍ਹ ਕੇ ਕੋੜੇ ਮਾਰਨ ਲੱਗ ਜਾਈਏ, ਹੈ ਨਾ ਇਹਨਾਂ 'ਤੇ। ਉਹ ਚੀਜ਼ਾਂ ਤਾਂ ਹੋਣੀਆਂ ਨਹੀਂ ਗੀਆਂ। ਪਰ ਇੰਨਾ ਜ਼ਰੂਰ ਆ ਕਿ ਇਹਨਾਂ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵਾ ਕਿ ਜੇ ਸਾਡੇ ਤੋਂ ਗਲਤੀ ਹੋਈ ਆ, ਉਹ ਗਲਤੀ ਸਾਡੇ ਤੋਂ ਦੁਬਾਰਾ ਨਾ ਹੋਵੇ।
ਗਲਤੀਆਂ ਆਪਾਂ ਸਾਰੇ ਹੀ ਕਰਦੇ ਹਾਂ ਯਾਰ। ਕੁਛ ਕੁ ਲੋਕਾਂ ਦੀਆਂ ਗਲਤੀਆਂ ਫੜੀਆਂ ਜਾਂਦੀਆਂ, ਕੁਛ ਕੁ ਲੋਕਾਂ ਦੀਆਂ ਗਲਤੀਆਂ ਨਹੀਂ ਫੜੀਆਂ ਜਾਂਦੀਆਂ, ਚਾਹੇ ਛੋਟੀ ਤੋਂ ਛੋਟੀ ਗਲਤੀ ਹੋਵੇ। ਆਪਾਂ ਹੁਣ ਅੰਮ੍ਰਿਤ ਛਕਿਆ ਹੋਇਆ, ਸਿੰਘ ਸਜੇ ਹੋਏ ਆ, ਕਈ ਵਾਰੀ ਆਪਾਂ 5 ਬਾਣੀਆਂ ਦਾ ਪਾਠ ਨਹੀਂ ਕਰ ਪਾਉਂਦੇ, ਇਹ ਵੀ ਆਪਣੀ ਗਲਤੀ ਆ ਨਾ। ਤੇ ਇਹਦੇ ਲਈ ਐਂ ਥੋੜ੍ਹੀ ਨਾ ਆਪਾਂ ਨੂੰ ਕੋੜੇ ਵੱਜਣੇ ਚਾਹੀਦੇ ਆ। ਉਹ ਤਾਂ ਗੁਰੂ ਸਾਹਿਬਾਨ ਨੂੰ ਆਪਾਂ ਹੱਥ ਜੋੜ ਕੇ ਬੇਨਤੀ ਕਰੀਏ ਕਿ ਮਹਾਰਾਜ ਜਿਹੜਾ ਸਾਡਾ ਨਿਤਨੇਮ ਆ ਉਹ ਹਰ ਰੋਜ਼ ਹੋਵੇ ਬਿਨਾਂ ਨਾਗੇ ਤੋਂ। ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਆਪਾਂ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਉਹ ਕਰਦੇ ਰਹਿੰਦੇ ਆ। ਕਈ ਲੋਕ ਵੱਡੀਆਂ ਗਲਤੀਆਂ ਕਰ ਦਿੰਦੇ ਆ, ਜਦੋਂ ਵੱਡੀਆਂ ਗਲਤੀਆਂ ਹੁੰਦੀਆਂ ਵਾ ਉਦੋਂ ਫਿਰ ਅਕਾਲ ਤਖ਼ਤ 'ਤੇ ਜਾਣਾ ਪੈਂਦਾ ਵਾ। ਸੋ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਆ, ਉਹ ਕੋਈ ਇਹੋ ਜਿਹੀ ਗਲਤੀ ਨਹੀਂ ਕਰਨਗੇ। ਜਿਹੜਾ ਕਹਿੰਦੇ ਪਏ ਆ ਕਿ ਜੀ ਜਿਹੜਾ ਪੈਸਾ ਇਹਨਾਂ ਨੇ ਆਪਣੀਆਂ ਜੇਬਾਂ ਦੇ ਵਿੱਚ ਪਾਇਆ, ਉਹ ਗੱਲਾਂ ਜਿਹੜੀਆਂ ਉਹ ਨਹੀਂ ਹੋਣਗੀਆਂ। ਇੱਕ ਚੀਜ਼ ਜਿਹੜੀ ਆ ਉਹ ਇੱਥੇ ਕੀਤੀ ਜਾ ਸਕਦੀ ਆ, ਜਿਵੇਂ ਜਿਹੜੇ ਸਰੂਪ ਆ ਉਹ ਮਿਸਿੰਗ ਕਹਿ ਰਹੇ ਆ, ਕੁਛ ਕਹਿੰਦੇ ਪਏ ਆ ਕਿ ਨਹੀਂ ਜਿਹੜੇ ਸਰੂਪ ਸੀਗੇ ਉਹ ਗਲਤ ਜਗ੍ਹਾਵਾਂ 'ਤੇ ਨਹੀਂ ਗਏ, ਉਹ ਸਿੱਖਾਂ ਦੇ ਘਰੇ ਹੀ ਗਏ ਆ ਅਤੇ ਉਹਨਾਂ ਦੀ ਜਿਹੜੀ ਰਸੀਟ ਆ ਉਹ ਨਹੀਂ ਕੱਟੀ ਗਈ, ਉਹ ਪੈਸਾ ਮੁਲਾਜ਼ਮਾਂ ਨੇ ਆਪਣੀ ਜੇਬੀ 'ਚ ਪਾ ਲਿਆ। ਦੂਜੇ ਪਾਸੇ ਕਹਿੰਦੇ ਪਏ ਆ ਕਿ ਨਹੀਂ ਇਹ ਤਾਂ ਕਵਰ ਅਪ ਕਰਨ ਦੇ ਲਈ ਆ, ਇਹੋ ਜਿਹਾ ਕੁਛ ਨਹੀਂ ਹੋਇਆ ਅਤੇ ਜਿਹੜੇ ਸਰੂਪ ਆ ਇਹ ਕਿਸੇ ਨੂੰ ਦਿੱਤੇ ਗਏ ਆ। ਦੇਖੋ, ਇੱਕ ਚੀਜ਼ ਨਾਲ ਆਪਾਂ ਇਹ ਮੈਚ ਕਰ ਸਕਦੇ ਹਾਂ ਸਾਰਾ, ਉਹ ਇਹ ਕਿ ਮੰਨ ਲਓ ਕਿ ਪਿਛਲੇ 5 ਸਾਲਾਂ ਦੇ ਵਿੱਚ ਹੈ ਇਹ ਲੰਮਾ ਪ੍ਰੋਸੈਸ ਜਿਹੜਾ ਆਪਾਂ ਗੱਲ ਕਰਨ ਜਾ ਰਹੇ ਹਾਂ, ਪਰ ਇਹ 100% ਸ਼ਿਓਰਟੀ ਹੋ ਜੂਗੀ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਆ। ਪਿਛਲੇ 5-6 ਸਾਲਾਂ ਦੇ ਵਿੱਚ ਜਦੋਂ ਤੋਂ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਸਰੂਪਸ ਆ ਉਹ ਦਿੱਤੇ ਗਏ ਆ ਜਾਂ ਫਿਰ ਲੈਜਰ ਦੇ ਵਿੱਚ ਇਸ਼ੂ ਆਏ ਆ, ਜਿੰਨੀਆਂ ਵੀ ਉਹ ਰਸੀਟਸ ਆ ਉਹ ਲੈ ਲੈਣ ਅਤੇ ਜਿੰਨਿਆਂ ਨੇ ਵੀ ਸਰੂਪ ਲਿੱਤੇ ਆ ਸ਼੍ਰੋਮਣੀ ਕਮੇਟੀ ਤੋਂ, ਉਹਨਾਂ ਦੇ ਲਈ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਜਾਵੇ ਕਿ ਭਾਈ ਜੇ ਤੁਹਾਡੇ ਕੋਲ ਰਸੀਦ ਹੈਗੀ ਆ ਜਾਂ ਤੁਸੀਂ ਸਰੂਪ ਲਿੱਤਾ ਵਾ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ। ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਕਿ ਜਿਹੜੇ ਉਹ ਮਿਸਿੰਗ ਆਏ ਆ ਸਰੂਪ, ਉਹ ਸੰਗਤ ਕੋਲ ਹੈਗੇ ਆ, ਉਹਨਾਂ ਕੋਲ ਰਸੀਟਸ ਹੈਗੀਆਂ ਵਾ ਜਾਂ ਉਹਨਾਂ ਨੇ ਸਰੂਪ ਲਿੱਤੇ ਆ ਅਤੇ ਇੱਧਰ ਲੈਜਰ ਦੇ ਵਿੱਚ ਮਿਸਿੰਗ ਆ ਐਂਟਰੀ। ਇਹਦੇ ਨਾਲ 100% ਸ਼ਿਓਰਟੀ ਹੋ ਜੂਗੀ ਕਿਹੜੇ ਬੰਦੇ ਕੋਲ ਸਰੂਪ ਆ। ਹੈ ਇਹ ਥੋੜ੍ਹਾ ਜਿਹਾ ਲੰਮਾ ਪ੍ਰੋਸੈਸ, ਆਈ ਡੋਂਟ ਨੋ ਇਹ ਸ਼ਾਇਦ ਨਾ ਵੀ ਹੋਵੇ, ਕਿਉਂਕਿ ਕਈ ਲੋਕਾਂ ਨੂੰ ਹੁਣ ਪਤਾ ਹੀ ਨਹੀਂ ਹੋਣਾ। ਹੁਣ ਜੇ ਮੰਨ ਲਓ ਕਿ ਇੱਕ ਆਮ ਇਨਸਾਨ ਆ ਹੈ ਨਾ, ਉਹ ਸਰੂਪ ਲੈ ਕੇ ਆਇਆ ਗੁਰੂ ਮਹਾਰਾਜ ਦਾ ਘਰੇ ਅਤੇ ਸੇਵਾ ਕਰਦਾ, ਸਿਮਰਨ ਕਰਦਾ ਵਾ, ਪਰ ਉਹਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਜਿਹੜੇ 300 ਤੋਂ ਉੱਤੇ ਸਰੂਪ ਆ ਉਹ ਮਿਸਿੰਗ ਆ, ਜਾਂ ਕੱਲ੍ਹ ਨੂੰ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਸ਼ਾਇਦ ਨਾ ਪਤਾ ਲੱਗੇ ਹੈ ਨਾ। ਕਈ ਲੋਕ ਜਿਹੜੇ ਉਹ ਖਬਰਾਂ ਨਹੀਂ ਪੜ੍ਹਦੇ, ਔਨਲਾਈਨ ਜ਼ਿਆਦਾ ਨਹੀਂ ਰਹਿੰਦੇ, ਉਹ ਆਪਣਾ ਬਸ ਆਮ ਜ਼ਿੰਦਗੀ ਬਤੀਤ ਕਰਦੇ ਆ। ਇਹ ਹੋ ਸਕਦਾ ਕਿ ਫਿਰ ਉਹ ਮੈਚ ਤਾਂ ਵੀ ਨਾ ਕਰ ਪਾਉਣ, ਕੁਛ ਕੁ ਜਿਹੜੇ ਰਸੀਟਸ ਆ, ਕੁਛ ਕੁ ਜਿਹੜੇ ਸਰੂਪ ਆ ਉਹਨਾਂ ਬਾਰੇ ਨਾ ਪਤਾ ਚੱਲ ਸਕੇ, ਪਰ ਇੱਕ ਵੇ ਆ ਮੈਚ ਕਰਨ ਦੇ ਲਈ ਕਾਊਂਟ ਕਿ ਹਾਂ ਭਾਈ ਇੰਨੇ ਮਿਸਿੰਗ ਆ ਅਤੇ ਉਹ ਇੱਧਰ ਪਏ ਆ। ਅੱਗੇ ਚੱਲਦੇ ਹਾਂ ਜੀ। ਅੱਗੇ ਫਿਰ ਗੱਲ ਆਉਂਦੀ ਹੈ ਕਿਸਾਨਾਂ ਦੀ। ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਪ੍ਰੋਟੈਸਟ ਕਰਦੇ ਪਏ ਆ, ਸ਼ਾਇਦ ਯੂਪੀ ਦੇ ਵਿੱਚ ਵੀ ਕਰਦੇ ਹੋਣ। 3 ਜਿਹੜੇ ਬਿੱਲ ਆ, ਉਹ 3 ਬਿੱਲ ਰੱਖੇ ਗਏ ਆ, ਉਹ ਲੋਕ ਸਭਾ ਦੇ ਵਿੱਚ ਪਾਸ ਹੋ ਗਏ ਆ। ਰਾਜ ਸਭਾ ਦੇ ਵਿੱਚ ਪਾਸ ਹੋਣਗੇ ਕਿ ਨਹੀਂ ਹਜੇ ਉਹ ਪਤਾ ਨਹੀਂ ਗਾ। ਚਾਂਸਿਸ ਬਹੁਤ ਜ਼ਿਆਦਾ ਵਾ ਕਿ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਜਾਣਗੇ, ਕਿਉਂਕਿ ਜਿਹੜੀ ਇਹ ਡੈਮੋਕ੍ਰੇਸੀ ਹੁੰਦੀ ਆ ਨਾ, ਇਹ 'ਚ ਨੰਬਰ ਮਾਇਨੇ ਰੱਖਦੇ ਆ ਕਿ ਤੁਹਾਡੇ ਪਿੱਛੇ ਕਿੰਨੇ ਨੰਬਰ ਆ, ਤੁਹਾਡੇ ਪਿੱਛੇ ਕਿੰਨੇ MPs ਆ। ਜੇ ਤੁਹਾਡੇ ਕੋਲ ਨੰਬਰ ਹੈਗਾ ਤੁਸੀਂ ਕੁਛ ਵੀ ਪਾਸ ਕਰ ਦਿਓ, ਸਹੀ ਆ ਗਲਤ ਆ, ਇਟ ਡਜ਼ਨਟ ਮੈਟਰ। ਜਦੋਂ ਤੁਹਾਡੇ ਕੋਲ ਨੰਬਰ ਆ, ਸਾਰਿਆਂ ਨੇ ਵੋਟ ਦੇਤੀ, ਹਾਂਜੀ ਪਾਸ ਹੋ ਗਿਆ, ਰਾਸ਼ਟਰਪਤੀ ਨੇ ਸਾਈਨ ਕਰਤੇ। ਇਹ ਤਾਈਓ ਕਹਿੰਦੇ ਆ ਕਈ ਲੋਕ ਜਿਹੜੀ ਡੈਮੋਕ੍ਰੇਸੀ ਆ ਉਹ ਸ਼ੀਪਸ ਆਈਡੀਓਲੋਜੀ ਆ, ਭੇਡਾਂ ਦੀ ਜਿਹੜੀ ਆਈਡੀਓਲੋਜੀ ਹੁੰਦੀ ਆ ਉਹ ਆ ਇਹ ਸਹੀ ਗਲਤ ਕੀ ਆ ਉਹ ਨਹੀਂ ਦੇਖਿਆ ਜਾਂਦਾ, ਬਸ ਇੱਕ ਦੂਜੇ ਦੇ ਪਿੱਛੇ ਤੁਰੀ ਜਾਂਦੇ ਆ ਲੋਕ। ਹੁਣ ਜਿਹੜੇ MPs ਹੁੰਦੇ ਆ ਉਹ ਮੈਕਸੀਮਮ ਜਿਹੜੀ ਆਪਣੀ ਪਾਰਟੀ ਹੁੰਦੀ ਆ ਉਹਦੇ ਅਗੇਂਸਟ ਨਹੀਂ ਭੁਗਤਦੇ, ਕਿਉਂਕਿ ਉਹਨਾਂ ਨੂੰ ਪਤਾ ਫਿਰ ਪਾਰਟੀ 'ਚੋਂ ਕੱਢ ਦਿੱਤਾ ਜਾਊਗਾ। ਬਸ ਫਿਰ ਪਾਰਟੀ ਨੇ ਕਹਿਤਾ 1+1 11, ਹਾਂਜੀ 11 ਚੱਕੋ ਜੀ, ਹੋ ਗਿਆ ਖ਼ਤਮ। ਐਨੀਵੇਜ਼ ਆਪਾਂ ਗੱਲ ਕਰਦੇ ਪਏ ਸੀ 3 ਬਿੱਲਾਂ ਬਾਰੇ। 3 ਬਿੱਲ ਜਿਹੜੇ ਆ ਲੋਕ ਸਭਾ ਦੇ ਵਿੱਚ ਪਾਸ ਹੋ ਗਏ, ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ। ਉਹ 3 ਬਿੱਲ ਕੀ ਆ? ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਨੇ ਬਹੁਤ ਗੱਲਾਂ ਕੀਤੀਆਂ, ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਬਿੱਲਾਂ ਦੇ ਅਗੇਂਸਟ ਭੁਗਤੇ ਪਾਰਲੀਮੈਂਟ ਦੇ ਵਿੱਚ, ਅਤੇ ਉਹਨਾਂ ਨੇ ਅਗੇਂਸਟ ਵੋਟ ਪਾਤੀ। ਬਾਅਦ 'ਚੋਂ ਜਿਹੜਾ ਭਗਵੰਤ ਮਾਨ ਆ ਉਹ ਕਹਿੰਦਾ ਕਿ ਯੂ ਟਰਨ ਲੈ ਲਿਆ। ਯਾਰ ਤੂੰ ਖੁਦ ਤਾਂ ਕਹਿੰਦਾ ਸੀ ਅਗੇਂਸਟ ਵੋਟ ਪਾਵੋ ਹੈ ਨਾ, ਜੇ ਹੁਣ ਉਹਨਾਂ ਨੇ ਅਗੇਂਸਟ ਵੋਟ ਪਾਤੀ ਬਿੱਲ ਦੇ, ਫਿਰ ਯੂ ਟਰਨ ਕਿਉਂ ਕਹਿੰਦਾ ਪਿਆ ਵਾ? ਜਾਂ ਤਾਂ ਪਹਿਲਾਂ ਕਹਿੰਦਾ ਕਿ ਭਾਈ ਤੁਸੀਂ ਯੂ ਟਰਨ ਮਾਰੀਓ ਨਾ, ਜਾਂ ਯੂ ਟਰਨ ਮਾਰੀਓ। ਕਿੱਡੀ ਮੂਰਖਤਾ ਵਾਲੀ ਗੱਲ ਆ ਨਾ ਇਹ। ਅਤੇ ਇਕੱਲੀ ਇਹ ਕੁੰਡੀਆਂ ਮੁੱਛਾਂ ਵਾਲਾ ਜਿਹੜਾ ਵਾ ਕੈਪਟਨ, ਜਾਂ ਫਿਰ ਇਹ ਭਗਵੰਤ ਮਾਨ, ਇਕੱਲੀ ਇਹਨਾਂ ਦੀ ਗੱਲ ਨਹੀਂ, ਜਾਂ ਫਿਰ ਇਹ ਇਕੱਲੀ ਆਪ ਅਤੇ ਕਾਂਗਰਸ ਦੀ ਗੱਲ ਨਹੀਂ ਗੀ। ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਯਾਰ, ਸ਼੍ਰੋਮਣੀ ਅਕਾਲੀ ਦਲ ਹੋਵੇ, BJP ਹੋਵੇ, ਕਾਂਗਰਸ ਹੋਵੇ, ਆਪ ਹੋਵੇ, ਲੈਫਟ ਦੀਆਂ ਪਾਰਟੀਆਂ ਹੋਣ, ਲਿਬਰਲ ਹੋ ਜਾਣ, ਕੰਜ਼ਰਵੇਟਿਵ ਹੋ ਜਾਣ,
ਰਿਪਬਲਿਕਨਸ ਹੋ ਜਾਣ, ਡੈਮੋਕ੍ਰੈਟਿਕ ਹੋ ਜਾਣ, ਜਿੰਨੀਆਂ ਵੀ ਪੋਲੀਟੀਕਲ ਪਾਰਟੀਜ਼ ਆ, ਜਿੱਥੇ ਵੀ ਡੈਮੋਕ੍ਰੇਸੀ ਤੁਹਾਨੂੰ ਦਿਖਦੀ ਆ, ਉਹਨਾਂ ਸਾਰਿਆਂ ਦੇ ਵਿੱਚ ਇਹ ਹੁੰਦਾ ਵਾ ਕਿ ਉਹ ਦੂਜੀ ਧਿਰ ਨੂੰ ਥੱਲੇ ਕਰਨ ਦੀ ਕੋਸ਼ਿਸ਼ ਕਰਦੇ ਹੀ ਕਰਦੇ ਆ। ਪਹਿਲਾਂ ਕਹਿ ਦੇਣਗੇ ਕਿ ਭਾਈ ਇਹ ਚੀਜ਼ ਨਹੀਂ ਕਰਦੇ, ਇਹ ਚੀਜ਼ ਨਹੀਂ ਕਰਦੇ। ਜਦੋਂ ਕਰ ਦਿੰਦੇ ਆ ਫਿਰ ਕਹਿ ਦਿੰਦੇ ਆ ਕਿ ਤੁਸੀਂ ਯੂ ਟਰਨ ਮਾਰ ਲਿਆ। ਕਿੱਡੀ ਵੱਡੀ ਮੂਰਖਤਾ ਨਾ। ਫਿਰ ਜਿਹੜਾ ਜਾਖੜ ਆ ਕਾਂਗਰਸ ਦਾ, ਉਹ ਕਹਿੰਦਾ ਕਿ ਨਹੀਂ, ਤੁਸੀਂ ਜਿਹੜੀ ਤੁਹਾਡੀ ਅਲਾਇੰਸ ਆ ਬੀਜੇਪੀ ਨਾਲ, ਉਹ ਤੁਸੀਂ ਅਲਾਇੰਸ ਤੋੜੋ। ਜੇ ਕੱਲ੍ਹ ਨੂੰ ਅਲਾਇੰਸ ਤੋੜ ਵੀ ਦਿੰਦੇ ਆ ਨਾ ਅਕਾਲੀ ਦਲ ਵਾਲੇ, ਜਸਟ ਸੇ ਫॉर ਦ ਸੇਕ ਆਫ ਦ ਆਰਗੂਮੈਂਟ ਕਿ ਉਹਨਾਂ ਨੇ ਅਲਾਇੰਸ ਜਿਹੜੀ ਆ ਉਹ ਤੋੜਤੀ, ਉਹ ਫਿਰ ਵੀ ਕਹਿਣਗੇ ਕਿ ਨਹੀਂ ਜੀ ਤੁਸੀਂ ਇਹ ਵੋਟਾਂ ਲਈ ਕੀਤਾ। ਮਤਲਬ ਪੋਲੀਟਿਕਸ ਯਾਰ, ਦਿਸ ਇਜ਼ ਰੀਅਲੀ ਬੁਲਸ਼ਿਟ। ਫਿਰ ਹਰਸਿਮਰਨ ਕੌਰ ਬਾਦਲ ਨੇ ਜਿਹੜਾ ਵਾ ਆਪਣਾ ਅਸਤੀਫਾ ਦੇਤਾ। ਜਦੋਂ ਅਸਤੀਫੇ ਦੀ ਖਬਰ ਆਈ, ਸਾਰਿਆਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਫੇਸਬੁੱਕ 'ਤੇ ਕਿ ਭਾਈ ਇਹ ਜਿਹੜਾ ਅਸਤੀਫਾ ਵਾ ਇਹ ਤਾਂ ਸਪੀਕਰ ਨੂੰ ਦਿੱਤਾ ਗਿਆ ਵਾ, ਜਾਂ ਪਤਾ ਨਹੀਂ ਇਹੋ ਜਿਹੀ ਗੱਲ ਕੀਤੀ ਉਹਨਾਂ ਨੇ, ਇਹ ਰਾਸ਼ਟਰਪਤੀ ਨੂੰ ਦੇਣਾ ਹੁੰਦਾ ਵਾ, ਇਸ ਕਰਕੇ ਮਨਜ਼ੂਰ ਨਹੀਂ ਹੋਣਾ, ਇਹ ਸਭ ਝੂਠ ਆ, ਇਹੋ ਜਿਹਾ ਕੁਛ ਨਹੀਂ ਗਾ। ਹੁਣ ਉਹ ਰਾਸ਼ਟਰਪਤੀ ਨੇ ਉਹਦਾ ਅਸਤੀਫਾ ਜਿਹੜਾ ਵਾ ਉਹ ਐਕਸੈਪਟ ਵੀ ਕਰ ਲਿਆ। ਵੀ ਯਾਰ ਤੁਸੀਂ ਇੰਨੀਆਂ ਭੇਡਾਂ ਨਾ ਬਣੋ। ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਹੋਵੋ, ਹੈ ਨਾ, ਤੁਸੀਂ ਕਾਂਗਰਸ ਨਾਲ ਜੁੜੇ ਹੋਵੋ, ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਹੋਵੋ, ਬੀਜੇਪੀ ਨਾਲ ਹੋਵੋ, ਲੈਫਟ ਨਾਲ ਹੋਵੋ, ਆਪ ਨਾਲ ਹੋਵੋ, ਜਿੰਨੀਆਂ ਪੋਲੀਟੀਕਲ ਪਾਰਟੀਜ਼ ਤੁਸੀਂ ਕਿਸੇ ਨਾਲ ਵੀ ਜੇ ਜੁੜੇ ਹੋਏ ਆ, ਘੱਟੋ ਘੱਟ ਥੋੜ੍ਹਾ ਜਿਹਾ ਦੇਖ ਲਓ, ਸੋਚ ਲਓ, ਵਿਚਾਰ ਲਓ, ਬਾਅਦ 'ਚ ਬੋਲੋ। ਆਪਾਂ ਜਿਹੜਾ ਹੁਣ ਇਹ ਪ੍ਰੋਗਰਾਮ ਕਰਦੇ ਆ, ਆਪਣਾ ਇਹ ਹਫ਼ਤਾਵਾਰੀ ਪ੍ਰੋਗਰਾਮ ਹੁੰਦਾ ਵਾ, ਵੀ 7 ਦਿਨਾਂ ਦੇ ਵਿੱਚ ਕਾफ़ੀ ਚੀਜ਼ਾਂ ਪਤਾ ਲੱਗ ਜਾਂਦੀਆਂ। ਜੇ ਸਾਰੀਆਂ ਚੀਜ਼ਾਂ ਨਹੀਂ ਵੀ ਪਤਾ ਲੱਗਦੀਆਂ, ਕਾफ़ੀ ਹੱਦ ਤੱਕ ਪਤਾ ਚੱਲ ਜਾਂਦੀਆਂ। ਆਪਾਂ ਉਹਦੇ ਬੇਸਿਸ 'ਤੇ ਬੋਲਦੇ ਹਾਂ। ਵੀ 1 ਮਿੰਟ ਪਹਿਲਾਂ ਅਸਤੀਫਾ ਦਿੱਤਾ, ਨਾਲ ਦੀ ਨਾਲ ਤੁਸੀਂ ਆਪਣੀ ਪੋਸਟ ਪਾਤੀ। ਐਡੀਆਂ ਵੀ ਕਾਹਦੀਆਂ ਯਾਰ ਤੁਸੀਂ ਭੇਡਾਂ ਵਾ, ਦੱਸ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਜੁੜੇ ਆ, ਥੋੜ੍ਹਾ ਜਿਹਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਸੋਚ ਵਿਚਾਰ ਕੇ ਬੋਲੋ ਆਪਦਾ। ਐਂ ਨਹੀਂ ਗਾ ਕਿ ਤੁਹਾਡੀ ਪੋਲੀਟੀਕਲ ਪਾਰਟੀ ਹੀ ਸਹੀ ਕੰਮ ਕਰਦੀ ਪਈ ਆ। ਕਈਆਂ ਨੇ ਫਿਰ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਤਾਂ ਲਿੱਤਾ ਕਿਉਂਕਿ ਜਿਹੜੀ ਇਹ ਲਾਸਟ ਗਰਾਊਂਡ ਆ ਪੋਲੀਟੀਕਲ ਪਾਰਟੀਜ਼ ਦੀ ਗੱਲ ਕਰੀਏ ਜੇ ਆਪਾਂ, ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹਨਾਂ ਦਾ ਨਾਮ ਜਿਹੜਾ ਵਾ ਅਲੱਗ-ਅਲੱਗ ਜਗ੍ਹਾਵਾਂ 'ਤੇ ਆਉਂਦਾ ਵਾ, ਵੀ ਇਹਨਾਂ ਨੇ ਪੰਥ ਦਾ ਨੁਕਸਾਨ ਕੀਤਾ ਵਾ। ਬਹਿਬਲ ਕਲਾਂ ਦੇ ਵਿੱਚ ਕਈ ਲੋਕ ਇਹਨਾਂ ਦਾ ਨਾਮ ਲੈਂਦੇ ਆ। ਵੀ ਜਿਹੜੀ ਇਹ ਗਰਾਊਂਡ ਸੀਗੀ ਪੰਜਾਬ ਦੀ ਇਹਨਾਂ ਲਈ, ਉਹ ਇਹ ਕਾफ़ੀ ਹੱਦ ਤੱਕ ਹਾਰ ਚੁੱਕੇ ਆ। ਅਤੇ ਉਹ ਦੁਬਾਰਾ ਤੋਂ ਭਰੋਸਾ ਜਿਹੜਾ ਵਾ ਲੋਕਾਂ 'ਚ ਪੈਦਾ ਕਰਨ ਲਈ ਕਿ ਹਾਂ ਭਾਈ ਅਸੀਂ ਆਮ ਲੋਕਾਂ ਨਾਲ ਖੜ੍ਹੇ ਹਾਂ, ਉਹਦੇ ਲਈ ਫਿਰ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ। ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਵਿਚਾਰ ਰੱਖਦੇ ਆ। ਮੈਂ ਇਹ ਕਹਿੰਦਾ ਵਾਂ ਯਾਰ ਕਿ ਸ਼੍ਰੋਮਣੀ ਅਕਾਲੀ ਦਲ ਆ ਨਾ ਯਾਰ, ਇਹ ਸ਼ਹੀਦਾਂ ਦੀ ਪਾਰਟੀ ਆ। ਬਹੁਤ ਸੰਘਰਸ਼ ਕੀਤਾ ਇਸ ਪਾਰਟੀ ਨੇ, ਚਾਹੇ ਤੁਸੀਂ ਧਰਮ ਯੁੱਧ ਮੋਰਚੇ ਦੀ ਗੱਲ ਕਰ ਲਓ, ਚਾਹੇ ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰ ਲਓ, ਚਾਹੇ ਤੁਸੀਂ ਜਦੋਂ ਗੁਰਦੁਆਰਿਆਂ ਦੀ ਗੱਲ ਆਉਂਦੀ ਸੀਗੀ 1920 ਵੇਲੇ, ਤੁਸੀਂ ਉਦੋਂ ਦੀ ਗੱਲ ਕਰ ਲਓ। ਜਿਹੜਾ ਇਹਨਾਂ ਦਾ ਬੇਸ ਆ ਨਾ ਉਹ ਸ਼ਹੀਦ ਆ, ਪਰ ਇਹ ਗਲਤ ਲੋਕਾਂ ਦੇ ਹੱਥ ਦੇ ਵਿੱਚ ਆ ਗਈ। ਹੁਣ ਬਾਦਲ ਦੀ ਕੀ ਔਕਾਤ ਆ ਯਾਰ, ਉਹਦੇ ਹੱਥ ਦੇ ਵਿੱਚ ਆ ਇਹ ਪੋਲੀਟੀਕਲ ਪਾਰਟੀ। ਇਹ ਸਿੱਖਾਂ ਦੀ ਪਾਰਟੀ ਆ, ਇਹ ਬਾਦਲਾਂ ਦੀ ਪਾਰਟੀ ਨਹੀਂ ਗੀ। ਪਹਿਲਾਂ ਬਾਦਲ ਹੁੰਦਾ ਸੀਗਾ ਵੱਡਾ ਬਾਦਲ, ਹੁਣ ਛੋਟਾ ਬਾਦਲ ਹੋ ਗਿਆ, ਬਾਅਦ 'ਚ ਉਹਦਾ ਪੋਤਾ ਬਣ ਜੂਗਾ। ਜਿਵੇਂ ਕਾਂਗਰਸ ਆ ਨਾ ਇੰਡੀਆ ਦੇ ਵਿੱਚ, ਉਹ ਹਾਲ ਹੋ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਕਿ ਇੱਕ ਫੈਮਿਲੀ ਦੇ ਅੰਡਰ ਆ ਗਈ ਇਹ ਪਾਰਟੀ। ਹੋਣਾ ਇਹ ਚਾਹੀਦਾ ਸੀ ਕਿ ਅਲੱਗ-ਅਲੱਗ ਸਮੇਂ 'ਤੇ ਅਲੱਗ-ਅਲੱਗ ਪ੍ਰੈਜ਼ੀਡੈਂਟ ਹੋਣੇ ਚਾਹੀਦੇ ਸੀਗੇ ਕਿ ਭਾਈ 5 ਸਾਲ ਲਈ ਤੂੰ ਪ੍ਰੈਜ਼ੀਡੈਂਟ ਬਣ ਜਾ, 5 ਸਾਲ ਲਈ ਇਹ ਬੰਦਾ ਬਣ ਜੂਗਾ। ਇਸ ਤਰੀਕੇ ਨਾਲ ਫਿਰ ਇੱਕ ਫੈਮਿਲੀ ਦੇ ਵਿੱਚ ਨਹੀਂ ਰਹਿੰਦੀ, ਹਰ ਇੱਕ ਬੰਦੇ ਨੂੰ ਮੌਕਾ ਮਿਲਦਾ ਵਾ ਪਾਰਟੀ ਨੂੰ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣ ਦਾ। ਹੋਣਾ ਇਹ ਚਾਹੀਦਾ ਸੀਗਾ। ਅਤੇ ਨਾਲ ਦੀ ਨਾਲ ਫਿਰ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਜ਼ ਆ, ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਜੇ ਜਾਂ ਹੋਰ ਜਿੰਨੀਆਂ ਪਾਰਟੀਆਂ ਵਾ, ਉਹ ਸਾਰੀਆਂ ਇਕੱਠੀਆਂ ਹੋਣ, ਸਿੱਖ ਮੁੱਦਿਆਂ 'ਤੇ ਗੱਲ ਕਰਨ, ਫਿਰ ਇਕੱਠੇ ਚੋਣ ਲੜਨ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਸ਼੍ਰੋਮਣੀ ਅਕਾਲੀ ਦਲ 'ਚੋਂ 2 ਪਾਰਟੀਆਂ ਨਿਕਲ ਕੇ ਸਾਹਮਣੇ ਆਉਂਦੀਆਂ, ਇੱਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਇੱਕ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਉਹ ਜਿਹੜੀਆਂ ਵੋਟਾਂ ਨਾ ਯਾਰ, ਉਹ ਵੋਟਾਂ ਵੰਡੀਆਂ ਗਈਆਂ ਆਪਣੀਆਂ। ਜੇ ਪੰਜਾਬ 'ਚ ਇਲੈਕਸ਼ਨ ਦੇ ਸਮੇਂ ਬੀਜੇਪੀ ਆਪਣੀ ਅਲਾਇੰਸ ਤੋੜ ਦਿੰਦੀ ਸ਼੍ਰੋਮਣੀ ਅਕਾਲੀ ਦਲ ਨਾਲ ਅਤੇ ਕਿਸੇ ਹੋਰ ਨਾਲ ਹੱਥ ਮਿਲਾ ਲੈਂਦੀ ਆ, ਮੰਨ ਲਓ ਕਿ ਡੈਮੋਕ੍ਰੈਟਿਕ ਨਾਲ ਜਾਂ ਫਿਰ ਟਕਸਾਲੀ ਨਾਲ, ਉਹ ਸਾਰੀਆਂ ਵੋਟਾਂ ਫਿਰ ਉੱਧਰ ਚਲੀਆਂ ਜਾਣੀਆਂ। ਸੋ ਚਾਹੀਦਾ ਇਹ ਹੁੰਦਾ ਵਾ ਕਿ ਭਾਈ ਜਿਹੜੇ ਆਪਣੇ ਮਤਭੇਦ ਆ, ਬਾਦਲਾਂ ਦੇ ਪਰਿਵਾਰ ਦੇ ਵਿੱਚ ਕੋਈ ਜ਼ਿਆਦਾ ਲੋਕ ਤਾਂ ਨਹੀਂ ਹੈਗੇ। ਚੱਲ ਆਪਾਂ ਵੱਧ ਤੋਂ ਵੱਧ 10 ਲੋਕ ਲਾ ਲੈਂਦੇ, 20 ਲਾ ਲੈਂਦੇ, ਚੱਲ 20 ਲੋਕ ਆ ਜਿਹੜੇ ਬਾਦਲ ਪਰਿਵਾਰ ਦਾ ਹਿੱਸਾ ਵਾ ਅਤੇ ਉਹ ਪੋਲੀਟਿਕਸ ਦੇ ਵਿੱਚ ਆ। ਬਾਕੀ ਤਾਂ ਨਹੀਂ ਨਾ ਹੈਗੇ। ਉਹ ਪ੍ਰੈਸ਼ਰ ਪਾ ਸਕਦੇ ਆ ਬਾਦਲ 'ਤੇ ਕਿ ਭਾਈ ਨਹੀਂ, ਇਹ ਤੂੰ ਜਿਹੜਾ ਆਉਂਦਾ ਵਾ ਇਹ ਛੱਡ ਦੇ, ਅਤੇ ਇਹਦੇ ਵਿੱਚ ਜਿਹੜਾ ਨੋਨ ਬਾਦਲ ਫੈਮਿਲੀ ਦਾ ਬੰਦਾ ਵਾ ਉਹ ਜਿਹੜਾ ਵਾ ਪਾਰਟੀ ਨੂੰ ਹੈਂਡਲ ਕਰੂਗਾ।
ਪਰ ਯਾਰ ਚੌਧਰ ਦੀ ਭੁੱਖ ਹੀ ਇਹੋ ਜਿਹੀ ਹੁੰਦੀ ਆ ਕਿ ਲੋਕ ਜਿਹੜਾ ਵਾ ਉਹ ਛੱਡਣਾ ਨਹੀਂ ਚਾਹੁੰਦੇ ਇਹ ਚੀਜ਼ਾਂ। ਐਨੀਵੇਜ਼ ਯਾਰ ਇਹ ਹੋਰ ਗੱਲਾਂ ਵਾ, ਆਪਾਂ ਹੋਰ ਹੀ ਗੱਲਾਂ 'ਚ ਪੈ ਗਏ ਹਾਂ। ਸੋ ਆਪਾਂ ਗੱਲ ਕਰਦੇ ਪਏ ਸੀਗੇ ਕਿਸਾਨਾਂ ਬਾਰੇ। ਜਿਹੜੇ ਕਿਸਾਨ ਆ ਉਹ ਪ੍ਰੋਟੈਸਟ ਕਰਦੇ ਪਏ ਆ, ਅਤੇ ਪ੍ਰੋਟੈਸਟ ਕਰਨ ਦਾ ਕਾਰਨ ਇਹ ਆ ਕਿ ਜਿਹੜੇ 3 ਆਰਡੀਨੈਂਸ ਸੀਗੇ ਉਹ ਬਿੱਲ ਦੇ ਵਿੱਚ ਕਨਵਰਟ ਹੋ ਚੁੱਕੇ ਆ, ਅਤੇ ਕੱਲ੍ਹ ਨੂੰ ਉਹ ਲਾ ਵੀ ਬਣ ਸਕਦੇ ਆ। ਪਹਿਲਾ ਜਿਹੜਾ ਬਿੱਲ ਸੀਗਾ ਉਹ ਹੈਗਾ ਦਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਆਰਡੀਨੈਂਸ। ਇਹਦੇ ਵਿੱਚ ਕੀ ਹੁੰਦਾ ਕਿ ਕੋਈ ਕੰਪਲਸ਼ਨ ਨਹੀਂ ਹੈਗੀ ਕਿ APMC ਜਾਂ ਕਹਿ ਲਓ ਕਿ ਜਿਹੜੀਆਂ ਮੰਡੀਆਂ ਵਾ ਆਪਣੀ ਫਸਲ ਤੁਸੀਂ ਮੰਡੀਆਂ ਦੇ ਵਿੱਚ ਹੀ ਵੇਚਣੀ ਆ, ਇਹਦੀ ਕੋਈ ਕੰਪਲਸ਼ਨ ਨਹੀਂ ਹੈਗੀ। ਅਤੇ ਕਈ ਕਹਿ ਰਹੇ ਆ ਕਿ ਜਿਹੜੀਆਂ ਮੰਡੀਆਂ ਵਾ ਉਹ ਬੰਦ ਵੀ ਹੋ ਸਕਦੀਆਂ ਵਾ। ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਆ ਰਹੇ ਆ ਇਹਦੇ ਬਾਰੇ। ਅਤੇ ਗੌਰਮੈਂਟ ਜਿਹੜੀ ਆ ਉਹ ਥੋੜ੍ਹਾ ਜਿਹਾ ਇਸ ਡਾਇਰੈਕਸ਼ਨ ਦੇ ਵਿੱਚ ਚੱਲਦੀ ਪਈ ਹੈ ਕਿ ਵਨ ਨੇਸ਼ਨ ਵਨ ਮਾਰਕੀਟ ਹੋ ਜੇ। ਅਲੱਗ-ਅਲੱਗ ਮੰਡੀਆਂ ਨਾ ਹੋਣ, ਸਿਰਫ ਇੱਕ ਹੀ ਕਾਈਂਡ ਆਫ ਮਾਰਕੀਟ ਹੋ ਜੇ। ਹੁਣ ਆਈ ਡੋਂਟ ਨੋ BJP ਨੂੰ ਕੀ ਸ਼ੌਂਕ ਚੜ੍ਹਿਆ, ਇਹਨਾਂ ਨੇ 1-1 ਲਗਾਇਆ ਹੋਇਆ ਹਰੇਕ ਦੇ ਵਿੱਚ, ਜਾਂ ਇਹਨਾਂ ਦੇ ਜਿਹੜੇ ਲੋਕ ਆ ਇਹਨਾਂ ਨੂੰ ਫੋਲੋ ਕਰਦੇ ਆ, ਉਹ ਕਹਿ ਦਿੰਦੇ ਆ ਕਿ ਦੇਖੋ ਜੀ ਵਨ ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਰਿਲੀਜਨ। ਇਹਨਾਂ ਨੂੰ ਇਹ ਨਵਾਂ ਹੀ ਸ਼ੌਂਕ ਚੜ੍ਹਿਆ ਹੋਇਆ, ਪਤਾ ਨਹੀਂ ਸੱਤਾ ਦੇ ਵਿੱਚ ਆ ਕੇ ਕੀ ਮੱਤ ਵੱਜ ਗਈ ਹੈ ਇਹਨਾਂ ਦੀ। ਹੁਣ ਜਿਹੜੇ ਆਮ ਇਨਸਾਨ ਆ, ਛੋਟੇ ਕਿਸਾਨ ਆ, ਜਿਨ੍ਹਾਂ ਕੋਲ ਘੱਟ ਜ਼ਮੀਨ ਆ, ਉਹ ਕਿਹਾ ਜਾਂਦਾ ਵਾ ਕਿ ਉਹ 80% ਦੇ ਕਰੀਬ ਆ। ਹੁਣ ਉਹ ਲੋਕ ਯਾਰ ਉਹ ਕਿੱਥੇ ਵੇਚਣਗੇ ਆਪਣੀ ਫਸਲ? ਕੱਲ੍ਹ ਨੂੰ ਤੁਸੀਂ ਮੰਡੀਆਂ ਜਿਹੜੀਆਂ ਵਾ ਉਹ ਬੰਦ ਕਰਤੀਆਂ, ਉਹ ਫਸਲ ਲੈ ਕੇ ਆਪਣੀ ਕਿੱਥੇ ਜਾਣਗੇ? ਦਿੱਲੀ ਜਾਣਗੇ, UP ਜਾਣਗੇ, ਕਿੱਥੇ ਜਾਣਗੇ? ਛੋਟੇ ਕਿਸਾਨਾਂ ਨੂੰ ਇਹ ਬਹੁਤ ਵੱਡੀ ਪ੍ਰੋਬਲਮ ਹੋ ਜਾਊਗੀ ਕਿ ਭਾਈ ਜਿਹੜੀ ਸਾਡੀ ਫਸਲ ਆ ਉਹ ਅਸੀਂ ਵੇਚਣੀ ਆ। ਪਹਿਲਾਂ ਤਾਂ ਐਂ ਹੁੰਦਾ ਨਾ, ਮੰਨ ਲਓ ਕਿ ਤੁਸੀਂ ਕਿਸੇ ਛੋਟੇ ਪਿੰਡ ਦੇ ਵਿੱਚ ਰਹਿੰਦੇ ਆ, ਹੈ ਨਾ, ਅਤੇ ਤੁਹਾਡੇ ਨੇੜੇ ਤੇੜੇ ਮੰਡੀ ਆ, ਤੁਸੀਂ ਉੱਥੇ ਜਾ ਕੇ ਆਪਣੀ ਜਿਹੜੀ ਫਸਲ ਆ ਉਹ ਵੇਚ ਆਏ, ਉਹ ਵੀ ਬੰਦ ਹੋ ਜਾਊਗੀ। ਫਿਰ ਮੰਡੀਆਂ ਹੀ ਬੰਦ ਹੋ ਗਈਆਂ, ਤੁਸੀਂ ਫਸਲ ਕਿੱਥੇ ਆਪਣੀ ਜਿਹੜੀ ਆ ਵੇਚੋਗੇ? ਸੋ ਜਿਹੜੀ ਗੌਰਮੈਂਟ ਆ ਉਹ ਕੀ ਕਰਦੀ ਪਈ ਆ, ਉਹ ਜਿਹੜੇ ਪ੍ਰਾਈਵੇਟ ਪਲੇਅਰਸ ਆ ਉਹਨਾਂ ਨੂੰ ਅੱਗੇ ਲੈ ਕੇ ਆਉਂਦੀ ਪਈ ਆ ਕਿ ਸਾਡੇ ਸਿਰ ਤੋਂ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਆ ਫਸਲਾਂ ਦੀ ਇਹ ਚੱਕੀ ਜਾਵੇ, ਜਿਹੜੇ ਕਾਰਪੋਰੇਟ ਵਰਲਡ ਦੇ ਲੋਕ ਆ ਉਹ ਇਹ ਸਾਰਾ ਕੁਝ ਸਾਂਭਣ। ਹੁਣ ਇਹਦੇ ਨਾਲ ਕੀ ਹੋਊਗਾ? ਇਹਦੇ ਨਾਲ ਜਿਹੜੇ ਆੜ੍ਹਤੀਏ ਹੁੰਦੇ ਆ ਉਹਨਾਂ ਦੀਆਂ ਜੋਬਾਂ ਚਲੀਆਂ ਜਾਣਗੀਆਂ, ਜਿਹੜਾ ਮੰਡੀ ਦੇ ਵਿੱਚ ਟੈਕਸ ਲੱਗਦਾ ਹੁੰਦਾ ਸੀ ਉਹ ਚਲਾ ਜਾਊ, ਜਿਹੜਾ ਰਾਜ ਸਰਕਾਰ ਨੂੰ ਟੈਕਸ ਦੇ ਰਾਹੀਂ ਪੈਸਾ ਮਿਲਦਾ ਸੀਗਾ ਉਹ ਵੀ ਚਲਾ ਜਾਊਗਾ। ਬਹੁਤ ਸਾਰੇ ਜਿਹੜੇ ਚੀਜ਼ਾਂ ਵਾ ਇਹਦੇ ਨਾਲ ਲਿੰਕ ਆ। ਕਈ ਲੋਕ ਇਸ ਫੈਸਲੇ ਦਾ ਸਪੋਰਟ ਕਰ ਰਹੇ ਆ ਕਿ ਨਹੀਂ ਇਹ ਬਹੁਤ ਵਧੀਆ ਗੱਲ ਆ, ਕਿਉਂਕਿ ਇਹਦੇ 'ਚ ਜਿਹੜਾ ਮਿਡਲਮੈਨ ਚੱਕਿਆ ਜਾਊਗਾ। ਵੀ ਡਾਇਰੈਕਟਲੀ ਤੁਸੀਂ ਫਸਲ ਵੇਚ ਸਕਦੇ ਆ, ਜਿਹੜਾ ਵੀ ਬਾਇਰ ਆ ਤੁਹਾਨੂੰ ਮੰਡੀ ਦੇ ਵਿੱਚ ਜਾਣ ਦੀ ਲੋੜ ਨਹੀਂ ਗੀ, ਉੱਥੇ ਪੈਸੇ ਦੇਣ ਦੀ ਲੋੜ ਨਹੀਂ ਗੀ, ਆੜ੍ਹਤੀਆਂ ਨਾਲ ਗੱਲ ਕਰਨ ਦੀ ਲੋੜ ਨਹੀਂ। ਕਈ ਇਸ ਤਰੀਕੇ ਨਾਲ ਦੇਖਦੇ ਆ, ਕਿ ਜੇ ਅਸੀਂ ਛੋਟੇ ਕਿਸਾਨ ਆ ਅਸੀਂ ਫਸਲ ਕਿਵੇਂ ਵੇਚਾਂਗੇ? ਕੱਲ੍ਹ ਨੂੰ ਕਾਰਪੋਰੇਟ ਦੇ ਜਿਹੜੇ ਲੋਕ ਆ, ਕੋਈ ਵੱਡੀ ਕੰਪਨੀ ਆਉਂਦੀ ਆ ਐਗਰੀਕਲਚਰ ਦੇ ਵਿੱਚ, ਉਹ ਕਹਿੰਦੀ ਹੈ ਕਿ ਨਹੀਂ ਭਾਈ ਤੁਸੀਂ ਜਿਹੜੀ ਇਹ ਚੀਜ਼ ਆ ਇਹ ਸਾਨੂੰ ਇੰਨੇ ਮੁੱਲ 'ਤੇ ਹੀ ਦਿਓ, ਜਿਹਨੂੰ ਕਿਹਾ ਜਾਂਦਾ ਵਾ ਕਿ ਪ੍ਰੀ ਡਿਫਾਈਨ ਜਿਹੜੀ ਅਮਾਊਂਟ ਹੁੰਦੀ ਆ। ਆਪਾਂ ਦੂਜੇ ਬਿੱਲ 'ਤੇ ਦੀ ਗੱਲ ਕਰਦੇ ਹਾਂ, ਉਹ ਹੈਗਾ ਦਾ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼। ਇੱਕ MSP ਕਰਕੇ ਚੀਜ਼ ਹੁੰਦੀ ਆ ਜੀ, ਮਿਨੀਮਮ ਸਪੋਰਟ ਪ੍ਰਾਈਸ, ਕਿ ਘੱਟੋ ਘੱਟ ਜੇ ਆਪਾਂ ਕਹਿ ਲਈਏ ਕਿ ਘੱਟੋ ਘੱਟ ਇੰਨਾ ਮੁੱਲ ਮਿਲੇ ਆਪਾਂ ਨੂੰ ਫਸਲ ਦਾ। ਹੁਣ ਜੇ MSP ਨਾ ਰਹੀ, ਘੱਟੋ ਘੱਟ ਇੰਨਾ ਮੁੱਲ ਮਿਲਿਆ ਹੀ ਨਾ, ਠਾਂ ਡਿੱਗ ਪਿਆ, ਥੱਲੇ ਆ ਗਿਆ, ਫਿਰ ਆਪਾਂ ਕੀ ਕਰਾਂਗੇ? ਜਿਹੜਾ ਮੋਦੀ ਕਹਿੰਦਾ ਕਿ ਜਿਹੜੇ ਓਪੋਜੀਸ਼ਨ ਵਾਲੇ ਲੋਕ ਆ ਨਾ ਉਹ ਭੜਕਾ ਰਹੇ ਆ ਕਿਸਾਨਾਂ ਨੂੰ ਕਿ MSP ਜਿਹੜਾ ਵਾ ਉਹ ਚਲਾ ਜਾਊਗਾ ਜਾਂ ਕੁਛ ਹੋਰ। ਉਹਨੇ ਇਹ ਵੀ ਬਿਆਨ ਦਿੱਤਾ ਕਿ MSP ਜਿਹੜਾ ਵਾ ਘੱਟੋ ਘੱਟ ਖਰੀਦ ਦਾ ਮੁੱਲ ਉਹ ਰਹੂਗਾ, ਉਹ ਨਹੀਂ ਜਾਊਗਾ। ਪਰ ਮੋਦੀ ਨੇ ਇੰਨੇ ਝੂਠ ਬੋਲਤੇ ਆ 2014 ਤੋਂ ਲੈ ਕੇ ਹੁਣ ਤੱਕ, ਚਾਹੇ ਉਹ ਡੀਮੋਨੇਟਾਈਜੇਸ਼ਨ ਦੀ ਗੱਲ ਹੋਵੇ, ਪਾਕਿਸਤਾਨ 'ਚ ਕਹਿੰਦੇ 350 ਆਤੰਕਵਾਦੀ ਮਾਰਤੇ, ਉਹਦੀ ਗੱਲ ਹੋਵੇ, ਚੀਨ ਦਾ ਜਿਹੜਾ ਸਟੈਂਡ ਆਫ ਹੋਇਆ ਸੀਗਾ ਇੰਡੀਆ ਦਾ, ਚਾਹੇ ਉਹਦੀ ਗੱਲ ਹੋਵੇ, ਚਾਹੇ ਹੁਣ ਇਹ ਐਗਰੀਕਲਚਰ ਦੀ ਗੱਲ ਹੋਵੇ, ਵੀ ਇੰਨੇ ਝੂਠ ਆ ਮੋਦੀ ਕੋਲ ਕਿ ਲੋਕ ਬਲੀਵ ਨਹੀਂ ਕਰਨਾ ਚਾਹੁੰਦੇ ਉਹਦੇ 'ਤੇ। ਸੋ ਆਪਾਂ ਗੱਲ ਕਰਦੇ ਸੀ, ਮੰਨ ਲਓ ਕਾਰਪੋਰੇਟ ਦਾ ਕੱਲ੍ਹ ਨੂੰ ਬੰਦਾ ਆਉਂਦਾ, ਉਹ ਕਹਿੰਦਾ ਅਸੀਂ ਤੁਹਾਡੀ ਫਸਲ ਜਿਹੜੀ ਆ ਉਹ 80 ਰੁਪਏ ਦੀ ਲੈਣ ਨੂੰ ਤਿਆਰ ਹਾਂ, ਅਤੇ ਜਿਹੜਾ ਤੁਹਾਡਾ MSP ਪ੍ਰਾਈਸ ਕੱਲ੍ਹ ਨੂੰ ਬਣਦਾ ਉਹ 100 ਰੁਪਇਆ ਬਣਦਾ, ਕਿਉਂਕਿ ਇਹਦੇ ਵਿੱਚ ਜਿਹੜਾ ਹੁੰਦਾ ਵਾ ਉਹ ਪ੍ਰੀ ਡਿਫਾਈਨਡ ਹੁੰਦੀ ਤੁਹਾਡੀ ਅਮਾਊਂਟ ਕਿ ਇੰਨੀ ਦੇਣੀ ਆ। ਹੁਣ ਕੱਲ੍ਹ ਨੂੰ 80 ਰੁਪਏ ਕੋਈ ਮੰਗਦਾ ਪਿਆ, ਤੁਹਾਨੂੰ ਲੱਗਦਾ ਕਿ ਨਹੀਂ 100 ਰੁਪਇਆ ਮੇਰਾ ਹੋਣਾ ਚਾਹੀਦਾ, ਥੋੜ੍ਹਾ ਜਿਹਾ ਘਾਟਾ ਹੀ ਪੈ ਗਿਆ ਨਾ। ਜਿਹੜੇ ਲੋਕ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਆ ਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਪ੍ਰਾਈਵੇਟ ਪਲੇਅਰਸ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਘੱਟ ਤੋਂ ਘੱਟ ਪੈਸਾ ਦੇ ਕੇ ਵੱਧ ਤੋਂ ਵੱਧ ਪ੍ਰੋਫਿਟ ਲੈ ਸਕੀਏ। ਮੰਨ ਲਓ ਤੁਸੀਂ ਕਿ UK ਦੇ ਵਿੱਚ ਕੰਮ ਕਰਦੇ ਪਏ ਆ ਅਤੇ ਤੁਹਾਨੂੰ ਸਾਲ ਦਾ 80,000 ਪਾਉਂਡ ਦਿੱਤਾ ਜਾਂਦਾ, ਅਤੇ ਇੱਕ ਦੂਜਾ ਬੰਦਾ ਸੇਮ ਨੌਲੇਜ ਆ ਤੁਹਾਡੇ ਜਿੰਨੀ,
ਉਹ 70,000 ਪਾਉਂਡ ਦੇ ਵਿੱਚ ਬਣ ਜਾਂਦਾ, 60,000 ਪਾਉਂਡ ਦੇ ਵਿੱਚ ਬਣ ਜਾਂਦਾ। ਤੇ ਕੰਪਨੀ ਕਿਹਨੂੰ ਲਊਗੀ? ਤੁਹਾਨੂੰ ਲਊਗੀ ਕਿ ਉਸ ਬੰਦੇ ਨੂੰ ਲਊਗੀ? ਕੰਪਨੀ ਨੂੰ ਤਾਂ ਫਾਇਦਾ ਹੀ ਆ, 10-20,000 ਡਾਲਰ ਬਚਦੇ ਆ ਉਹਨਾਂ ਦੇ ਸਾਲ ਦੇ, 10-20,000 ਪਾਉਂਡ ਬਚਦੇ ਆ ਉਹਨਾਂ ਦੇ ਸਾਲ ਦੇ। ਉਹ ਕਿਉਂ ਲਊਗੀ ਤੁਹਾਨੂੰ? ਤੇ ਫਿਰ ਮੰਨ ਲਓ ਤੁਸੀਂ 100 ਰੁਪਏ ਦੀ ਫਸਲ ਨਹੀਂ ਆਪਣੀ ਵੇਚਦੇ ਪਏ, 80 ਰੁਪਏ ਵਾਲਾ ਬੰਦਾ ਜਿਹੜਾ ਆਪਣੀ ਫਸਲ ਵੇਚ ਜਾਂਦਾ ਵਾ, ਤੁਹਾਨੂੰ ਵੀ ਫਿਰ ਹੁੰਦਾ ਕਿ ਨਹੀਂ ਯਾਰ ਮੈਂ ਆਪਦੀ ਫਸਲ ਤਾਂ ਵੇਚਾਂ, ਤੇ ਤੁਸੀਂ 100 ਰੁਪਏ ਨੂੰ ਛੱਡ ਕੇ 80 ਤੇ ਆ ਜਾਂਦੇ ਆ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਵਾ ਉਹ ਹੁੰਦੀਆਂ ਵਾ ਕਿ ਭਾਈ ਜਿਹੜੇ MSP ਆ ਉਹ ਨਹੀਂ ਰਹੂਗੀ, ਕਈ ਲੋਕ ਇਹ ਮੰਨਦੇ ਆ, ਜਾਂ ਜਿਹੜੇ ਕਾਰਪੋਰੇਟ ਵਰਲਡ ਦੇ ਲੋਕ ਆ ਉਹ ਆਪਣੀ ਮਨਮਰਜ਼ੀ ਕਰਨਗੇ ਕਿ ਅਸੀਂ ਤਾਂ ਇੰਨੇ ਦੀ ਫਸਲ ਖਰੀਦਣੀ ਆ। ਇੱਕ ਕਿਸੇ ਨੇ ਫੋਟੋ ਸ਼ੇਅਰ ਕੀਤੀ ਸੀ ਬਹੁਤ ਵਧੀਆ, ਉਹ 'ਚ ਦਿਖਾਇਆ ਗਿਆ ਸੀ ਕਿ ਛੱਲੀ ਆ, ਛੱਲੀ ਪਤਾ ਨਹੀਂ 70-80 ਰੁਪਏ ਦੀ ਸੀਗੀ ਤੇ ਉਹ ਸਟੋਰ ਦੇ ਵਿੱਚ ਪਈ ਸੀਗੀ। ਹੁਣ ਦੇਖੋ, ਇੱਕ ਛੱਲੀ ਜਿਹੜੀ ਆ, ਆਪਾਂ ਮੱਕੀ ਦੀ ਗੱਲ ਕਰਦੇ, ਮੱਕੀ ਨੂੰ ਛੱਲੀਆਂ ਉਂਝ ਹੀ ਲੱਗੀਆਂ ਹੁੰਦੀਆਂ ਯਾਰ, ਤੇ ਉਹ 70 ਰੁਪਏ ਦੀ ਇੱਕ ਵੇਚਦੇ ਪਏ ਆ ਤੁਹਾਡੇ ਤੋਂ ਲੈ ਕੇ। ਹੈਗੀ ਆ ਨਾ ਪ੍ਰੋਫਿਟ ਵਾਲੀ ਗੱਲ, ਵੀ ਕਿਸਾਨ ਨੂੰ ਤੁਸੀਂ ਓਨਾ ਮੁੱਲ ਦਿੰਦੇ ਪਏ ਆ ਜਿੰਨੇ ਦੀ ਤੁਸੀਂ ਵੇਚਦੇ ਪਏ ਆ। ਸੋ ਬਹੁਤ ਗੱਲਾਂ ਵਾ, ਬਹੁਤ ਸਾਰੇ ਪੱਖ ਆ ਇਹਦੇ ਵਿੱਚ। ਇੰਡੀਆ ਦੇ ਵਿੱਚ ਤਾਂ ਇਹ ਹੋ ਰਿਹਾ ਨਾ ਕਿ ਮੋਦੀ ਗਵਰਨਮੈਂਟ ਜਿਹੜੀ ਆ ਉਹ ਪ੍ਰਾਈਵੇਟਾਈਜ਼ ਕਰ ਰਹੀ ਆ ਹਰ ਇੱਕ ਚੀਜ਼ ਨੂੰ, ਚਾਹੇ ਉਹ ਰੇਲਵੇਜ਼ ਹੋਵੇ, ਆਹ ਏਅਰ ਇੰਡੀਆ ਨੂੰ ਵੀ ਵੇਚਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਜਿਹੜੇ ਏਅਰਪੋਰਟ ਆ ਉਹਦੇ 'ਤੇ ਵੀ ਹਿੱਸੇਦਾਰੀ ਹੋ ਰਹੀ ਆ ਕਿ ਇੰਨਾ ਜਿਹੜਾ % ਆ ਉਹ ਪ੍ਰਾਈਵੇਟ ਜਿਹੜੀਆਂ ਸੰਸਥਾਵਾਂ ਉਹ ਦੇਖਣਗੀਆਂ। ਸਾਰਾ ਕੁਛ ਜਿਵੇਂ ਉਹ ਕਹਿੰਦੇ ਆ ਨਾ ਕਿ ਮੋਦੀ ਸਾਰਾ ਕੁਛ ਵੇਚ ਕੇ ਖਾ ਜਾਊਗਾ ਇੱਕ ਦਿਨ, ਉਹ ਗੱਲ ਹੋਈ ਪਈ ਆ ਇੰਡੀਆ ਦੀ। ਤੀਜਾ ਜਿਹੜਾ ਬਿੱਲ ਆ ਉਹ ਹੈਗਾ ਅਮੈਂਡਮੈਂਟ ਇਨ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955, ਵੀ ਜਿਹੜੇ ਤੁਹਾਡੇ ਐਸੈਂਸ਼ੀਅਲ ਕਮੋਡਿਟੀਜ਼ ਆ, ਉਹ ਜਿਹੜੇ ਆ ਉਹ ਬਾਹਰ ਕੱਢ ਦਿੱਤੇ ਗਏ ਆ। ਜਿਵੇਂ ਪਹਿਲਾਂ ਆਲੂ ਹੁੰਦੇ ਸੀਗੇ ਜਾਂ ਹੋਰ ਚੀਜ਼ਾਂ ਹੁੰਦੀਆਂ ਸੀਗੀਆਂ, ਤੇਲ ਹੁੰਦਾ ਸੀਗਾ, ਹੈ ਨਾ? ਇਹ ਹੁਣ ਐਸੈਂਸ਼ੀਅਲ ਕਮੋਡਿਟੀਜ਼ ਨਹੀਂ ਰਹੀਆਂ। ਪਹਿਲਾਂ ਕੀ ਹੁੰਦਾ ਸੀਗਾ ਕਿ ਇਹ ਚੀਜ਼ਾਂ ਤੁਸੀਂ ਕੋਲਡ ਸਟੋਰ ਦੇ ਵਿੱਚ ਸਟੋਰ ਕਰ ਸਕਦੇ ਸੀਗੇ, ਜੇ ਆਪਾਂ ਖਾਸ ਕਰ ਆਲੂਆਂ ਦੀ ਗੱਲ ਕਰੀਏ। ਪਰ ਜਿਹੜੀਆਂ ਇਹ ਚੀਜ਼ਾਂ ਵਾ ਹੁਣ ਇਹ ਰਹੀਆਂ ਨਹੀਂ ਗੀਆਂ ਐਸੈਂਸ਼ੀਅਲ ਕਮੋਡਿਟੀਜ਼ ਦੇ ਵਿੱਚ। ਕੀ ਇਹਦਾ ਇਹ ਮਤਲਬ ਆ ਕਿ ਜਿਹੜੇ ਆਲੂ ਆ ਹੁਣ ਉਹ ਕੋਲਡ ਸਟੋਰ ਦੇ ਵਿੱਚ ਨਹੀਂ ਲੋਕ ਜਮ੍ਹਾਂ ਕਰ ਸਕਣਗੇ? ਇਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ ਜੀ। ਜਿਹੜਾ ਮੈਂ ਪੜ੍ਹਿਆ ਹੁਣ ਤੱਕ ਉਹ ਇਹਦੇ ਬਾਰੇ ਇਹ ਨਹੀਂ ਗੱਲ ਕੀਤੀ ਗਈ, ਬਸ ਇਹ ਕਿਹਾ ਗਿਆ ਵਾ ਕਿ ਜਿਹੜੀਆਂ ਪਲਸਿਸ ਹੁੰਦੀਆਂ, ਦਾਲਾਂ ਕਹਿ ਲਓ ਜਾਂ ਆਲੂ ਕਹਿ ਲਓ ਜਾਂ ਤੇਲ ਕਹਿ ਲਓ, ਇਹ ਐਸੈਂਸ਼ੀਅਲ ਕਮੋਡਿਟੀਜ਼ ਦੇ ਵਿੱਚ ਨਹੀਂ ਰਹੀਆਂ। ਇੱਕ ਬਹੁਤ ਵਧੀਆ ਆਰਟੀਕਲ ਆ ਜੀ, ਉਹ ਮੈਂ ਲਿੰਕ ਜਿਹੜਾ ਵਾ ਉਹ ਸ਼ੇਅਰ ਕਰ ਦਿੰਦਾ ਵਾਂ, ਤੁਸੀਂ ਦੇਖ ਰਹੇ ਆ ਤੇ ਇਹ ਪੜ੍ਹੋ ਜਾ ਕੇ। ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀਗਾ, ਜਿੰਨੀਆਂ ਵੀ ਆਪਾਂ ਗੱਲਾਂ ਕਰਦੇ ਆ ਇਸ ਸ਼ੋਅ ਦੇ ਵਿੱਚ, ਉਹ ਸਾਰੇ ਜਿਹੜੇ ਆਰਟੀਕਲਸ ਹੁੰਦੇ ਆ ਜਾਂ ਵੀਡੀਓਜ਼ ਹੁੰਦੀਆਂ ਵਾ, ਤੁਸੀਂ ਉਹ ਜਾ ਕੇ ਦੇਖੋ, ਸੁਣੋ, ਪੜ੍ਹੋ, ਫਿਰ ਕੋਈ ਫੈਸਲਾ ਲਵੋ। ਐਂ ਨਹੀਂ ਕਿ ਆਪਾਂ ਬਸ ਇੱਕ ਅੱਧੀ ਚੀਜ਼ ਪੜ੍ਹ ਲਈ ਤੇ ਹੋ ਗਿਆ। ਅਲੱਗ-ਅਲੱਗ ਪਰਸਪੈਕਟਿਵ ਜਿਹੜੇ ਆ ਉਹ ਦੇਖੋ, ਸਮਝੋ ਉਹਨਾਂ ਨੂੰ, ਫਿਰ ਕਿਸੇ ਫੈਸਲੇ 'ਤੇ ਪਹੁੰਚੋ। ਫਿਰ ਆਪਾਂ ਥੋੜ੍ਹੀ ਜਿਹੀ ਰਾਜਨੀਤੀ ਦੇ ਬਾਰੇ ਵੀ ਗੱਲ ਕਰ ਲਈਏ। ਤੂੰ ਮੈਂ ਵੀ ਹੋਈ। ਜਿਹੜੇ ਬੀਜੇਪੀ ਦੇ ਲੋਕ ਸੀਗੇ ਉਹ ਕਹਿੰਦੇ ਕਿ ਨਹੀਂ, ਜਿਹੜੇ ਸਟੇਟਸ ਦੇ ਲੋਕ ਸੀਗੇ, ਪਤਾ ਨਹੀਂ ਕਿਹੜੀ ਮਿਨਿਸਟਰੀ ਹੁੰਦੀ, ਮੈਨੂੰ ਨਾਮ ਭੁੱਲ ਗਿਆ, ਸ਼ਾਇਦ ਐਗਰੀਕਲਚਰ ਹੋਵੇ ਜਾਂ ਕੋਈ ਹੋਰ, ਆਈ ਡੋਂਟ ਰਿਮੈਂਬਰ। ਉਹਨਾਂ ਨੂੰ ਅਸੀਂ ਆਪਣੇ ਨਾਲ ਲਿੱਤਾ, ਉਹਨਾਂ ਨੂੰ ਸਮਝਾਇਆ ਸਾਰਾ ਕੁਛ, ਉਸ ਤੋਂ ਬਾਅਦ 'ਚੋਂ ਇਹ ਬਿੱਲ ਪਾਸ ਕਰ ਰਹੇ ਆ। ਕੁੰਡੀਆਂ ਮੁੱਛਾਂ ਵਾਲਾ ਜਿਹੜਾ ਹੈਗਾ ਕੈਪਟਨ, ਉਹ ਕਹਿੰਦਾ ਨਹਿ, ਇੱਦਾਂ ਦਾ ਨਹੀਂ ਹੋਇਆ, ਇਹ ਤਾਂ ਸਰਾਸਰ ਝੂਠ, ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈ। ਉਵੇਂ ਫਿਰ ਸ਼੍ਰੋਮਣੀ ਅਕਾਲੀ ਦਲ ਵਾਲੇ ਆ, ਉਹ ਕਹਿੰਦੇ ਕਿ ਭਾਈ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਕਿਸਾਨ ਆ, ਕਿਸਾਨਾਂ ਦਾ ਭਰੋਸਾ ਲਿੱਤਾ ਜਾਊਗਾ, ਉਸ ਤੋਂ ਬਾਅਦ 'ਚ ਇਹ ਬਿੱਲ ਦੇ ਰੂਪ ਦੇ ਵਿੱਚ ਬਣੂਗੀ। ਇਸ ਕਰਕੇ ਪਹਿਲਾਂ ਅਸੀਂ ਸਪੋਰਟ ਕਰਤਾ ਹੋਊਗਾ ਜਦੋਂ ਆਰਡੀਨੈਂਸ ਆਇਆ ਸੀਗਾ, ਪਰ ਹੁਣ ਬਿੱਲ ਰੂਪ ਦੇ ਵਿੱਚ ਅਸੀਂ ਵਿਰੋਧ ਕਰਦੇ ਪਏ ਹਾਂ ਕਿਉਂਕਿ ਤੁਸੀਂ ਕਿਸਾਨਾਂ ਨੂੰ ਕੰਸਲਟ ਨਹੀਂ ਕੀਤਾ। ਤੇ ਜਿਹੜੇ ਆਪ ਵਾਲੇ ਆ ਜਾਂ ਫਿਰ ਇਹ ਕਾਂਗਰਸ ਵਾਲੇ, ਉਹ ਕਹਿੰਦੇ ਇਹ ਤਾਂ ਝੂਠ ਬੋਲਦੇ ਪਏ ਆ, ਇਹੋ ਜਿਹਾ ਕੁਛ ਨਹੀਂ ਗਾ, ਇਹਨਾਂ ਨੂੰ ਪਤਾ ਹੀ ਸੀਗਾ ਸ਼ੁਰੂ ਤੋਂ। ਸੋ ਐਨੀਵੇਜ਼, ਇਹ ਜਿਹੜੀ ਮੈਂ ਪਹਿਲਾਂ ਕਿਹਾ ਵਾ ਤੂੰ ਮੈਂ ਪੋਲੀਟਿਕਸ ਦੇ ਵਿੱਚ ਹੁੰਦੀ ਰਹਿੰਦੀ ਆ। ਜੇ ਤੁਸੀਂ ਬਹੁਤ ਹੀ ਜ਼ਿਆਦਾ ਫ੍ਰੀ ਆ, ਫਿਰ ਤੁਸੀਂ ਇਹਨਾਂ ਗੱਲਾਂ 'ਤੇ ਫੋਕਸ ਕਰੋ। ਜੇ ਫ੍ਰੀ ਨਹੀਂ ਹੈਗੇ, ਫਿਰ ਜਿਹੜੀਆਂ ਮੇਨ ਚੀਜ਼ਾਂ ਵਾ ਉਹਨੂੰ ਸਮਝੋ ਕਿ ਗੱਲ ਹੈ ਕੀ। ਸੋ ਇਸ ਪੂਰੀ ਡਿਸਕਸ਼ਨ ਦੇ ਵਿੱਚੋਂ ਜਿਹੜੀ ਆਪਾਂ ਕਿਸਾਨਾਂ ਦੀ ਕੀਤੀ ਆ, ਇਹਦੇ ਵਿੱਚ ਕੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਵਾ? ਪਹਿਲੀ ਗੱਲ ਇਹ ਕਿ ਕਿਸਾਨ ਵਿਰੋਧ ਕਰ ਰਿਹਾ 3 ਬਿੱਲਾਂ ਦਾ, ਕਿਉਂਕਿ ਉਹਨਾਂ ਨੂੰ ਲੱਗਦਾ ਮੰਡੀ ਸਿਸਟਮ ਖਤਮ ਹੋ ਜਾਊਗਾ, MSP ਖਤਮ ਹੋ ਜਾਊਗੀ, ਅਤੇ ਜਿਹੜੇ ਕਾਰਪੋਰੇਟ ਵਰਲਡ ਦੇ ਲੋਕ ਆ ਉਹ ਉਹਨਾਂ ਦੀਆਂ ਫਸਲਾਂ ਦਾ ਮੁੱਲ ਸਹੀ ਨਹੀਂ ਉਤਾਰਨਗੇ। ਇਹਦੇ ਨਾਲ ਨੁਕਸਾਨ ਕਿਹਦਾ ਹੋਊਗਾ? ਸਭ ਤੋਂ ਵੱਧ ਨੁਕਸਾਨ ਜਿਹੜਾ ਵਾ ਉਹ ਛੋਟੇ ਕਿਸਾਨਾਂ ਦਾ ਹੋਊਗਾ, ਕਿਉਂਕਿ ਕੱਲ੍ਹ ਨੂੰ ਜੇ ਵੇਚਣਾ ਕਰਨਾ, ਉਹ ਸਾਰਾ ਕੁਛ ਉਹਨਾਂ ਨੂੰ ਆਪ ਕਰਨਾ ਪੈਣਾ। ਪਹਿਲਾਂ ਮੰਡੀ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਸੀ ਹੈਲਪ ਕਰਨ ਲਈ, ਹੁਣ ਕੋਈ ਨਹੀਂ ਹੋਣਾ। ਤੀਜਾ, ਜਿਹੜੇ ਪੋਲੀਟੀਸ਼ੀਅਨਸ ਆ ਤੂੰ ਮੈਂ ਕਰ ਰਹੇ ਆ, ਕਿਸੇ ਨੇ ਕੁਛ ਨਹੀਂ ਕਰਨਾ ਕਿਸਾਨਾਂ ਲਈ। ਇਹ ਸਾਰਾ ਕੁਛ ਜਿਹੜਾ ਵਾ ਕਿਸਾਨਾਂ ਨੂੰ ਹੀ ਦੇਖਣਾ ਪੈਣਾ ਵਾ। ਚੌਥਾ, ਇਹ ਡਿਸਕਸ਼ਨ ਦੇ ਵਿੱਚੋਂ ਨਹੀਂ ਨਿਕਲਿਆ, ਪਰ ਮੈਂ ਪੁਆਇੰਟ ਰੱਖਣਾ ਚਾਹੁੰਦਾ ਕਿ ਜਿਹੜੇ ਆਮ ਲੋਕ ਆ ਆਪਣੇ ਵਰਗੇ, ਉਹ ਕਿਸਾਨਾਂ ਦਾ ਸਪੋਰਟ ਕਰਨ। ਚਾਹੇ ਤੁਸੀਂ ਬੋਲ ਕੇ ਕਰੋ, ਚਾਹੇ ਤੁਸੀਂ ਲਿਖ ਕੇ ਕਰੋ, ਚਾਹੇ ਤੁਸੀਂ ਪ੍ਰੋਟੈਸਟ ਕਰਕੇ ਕਰੋ। ਜਿਹੜੀ ਆਪਣੀ ਆਵਾਜ਼ ਆ ਨਾ,
ਉਹ ਸਰਕਾਰ ਤੱਕ ਪਹੁੰਚਾਓ ਕਿ ਭਾਈ ਜਿਹੜੇ ਤੁਸੀਂ ਇਹ ਕੰਮ ਕਰਦੇ ਪਏ ਆ, ਪ੍ਰਾਈਵੇਟਾਈਜ਼ ਕਰਦੇ ਪਏ ਆ ਐਗਰੀਕਲਚਰ ਇੰਡਸਟਰੀ ਨੂੰ, ਉਹ ਜਿਹੜੀ ਚੀਜ਼ ਆ ਉਹ ਬਿਲਕੁਲ ਗਲਤ ਆ ਤੇ ਅਸੀਂ ਇਹਦਾ ਸਪੋਰਟ ਨਹੀਂ ਕਰਦੇ। ਹਾਲਾਂਕਿ ਕਾਇਦਾ ਨਹੀਂ ਹੋਣਾ ਕੋਈ, ਜਿਵੇਂ ਪਹਿਲਾਂ ਵੀ ਕਿਹਾ ਉਹਨਾਂ ਕੋਲ ਨੰਬਰਸ ਆ ਤੇ ਸਾਰਾ ਜਿਹੜਾ ਲੋਕਤੰਤਰ ਆ, ਇਹ ਸਾਰੀ ਜਿਹੜੀ ਡੈਮੋਕ੍ਰੇਸੀ ਹੈ ਇਹ ਨੰਬਰ ਦੇ ਸਿਰ 'ਤੇ ਆ। ਤੁਸੀਂ ਕੀ ਪ੍ਰੋਟੈਸਟ ਕਰਦੇ ਆ, ਕੀ ਨਹੀਂ, ਸਹੀ ਕੀ ਹੈ, ਗਲਤ ਕੀ ਹੈ, ਇਹ ਮਾਇਨੇ ਨਹੀਂ ਰੱਖਦਾ। ਸੋ ਜਿਹੜੇ ਕਿਸਾਨ ਆ, ਕਿਸਾਨਾਂ ਦਾ ਸਪੋਰਟ ਕਰੋ ਕਿਉਂਕਿ ਕਿਸਾਨਾਂ ਕਰਕੇ ਹੀ ਆਪਾਂ ਜੀਣੇ ਆ। ਚੀਜ਼ਾਂ ਆਪਾਂ ਜ਼ਰੂਰ ਮਾਸ ਦੇ ਵਿੱਚੋਂ ਖਰੀਦਦੇ ਹੋਵਾਂਗੇ, ਸਟੋਰਸ ਦੇ ਵਿੱਚੋਂ ਖਰੀਦਦੇ ਹੋਵਾਂਗੇ, ਪਰ ਉਹ ਪੈਦਾ ਕਿਸਾਨ ਕਰਦਾ ਵਾ। ਕਿਸਾਨ ਨੂੰ ਜੇ ਆਪਣੀ ਫਸਲ ਦਾ ਮੁੱਲ ਨਹੀਂ ਮਿਲਿਆ, ਆਪਾਂ ਤਾਂ ਖਾਈ ਜਾਂਦੇ ਆ ਨਾ 80 ਰੁਪਏ, 100 ਰੁਪਏ, 120 ਰੁਪਏ ਕਿਲੋ ਦਾਲਾਂ ਲੈ ਲਓ ਤੁਸੀਂ, ਕੀ ਕਿਸਾਨ ਨੂੰ ਉਹਦਾ ਓਨਾ ਮੁੱਲ ਮਿਲਦਾ ਵਾ? ਕਿਸਾਨ ਤਾਂ ਵਿਚਾਰਾ ਮਾਰਿਆ ਜਾਂਦਾ ਨਾ। ਖੁਦਕੁਸ਼ੀਆਂ ਕਿਸਾਨ ਕਿਉਂ ਕਰਦਾ ਵਾ? ਇਹਨਾਂ ਕਾਰਨਾਂ ਕਰਕੇ ਕਰਦਾ ਵਾ ਕਿ ਕਰਜ਼ਾ ਹੀ ਇੰਨਾ ਹੋ ਜਾਂਦਾ ਵਾ, ਲੋਕ ਹੀ ਇਹੋ ਜਿਹੇ ਮਿਲ ਜਾਂਦੇ ਆ ਕਿ ਫਸਲਾਂ ਦਾ ਮੁੱਲ ਨਹੀਂ ਤਾਰਦੇ। ਹੁਣ ਇੱਕ ਖਬਰ ਹੋਰ ਆਈ, ਮੈਨੂੰ ਯਾਦ ਆ ਗਈ ਇਹਨਾਂ ਗੱਲਾਂ ਵਿੱਚੋਂ ਹੀ। ਬਾਦਲ ਪਿੰਡ ਦੇ ਵਿੱਚ ਇੱਕ ਕਿਸਾਨ ਨੇ ਆਈ ਥਿੰਕ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਕਿੱਡੀ ਮਾੜੀ ਗੱਲ ਆ ਯਾਰ, ਜਿਹੜੀ ਆਪਣੀ ਜ਼ਿੰਦਗੀ ਆ ਨਾ ਉਹ ਬਹੁਤ ਕੀਮਤੀ ਆ। ਪਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਆ, ਆਪਾਂ ਖੁਦਕੁਸ਼ੀ ਕਦੇ ਨਾ ਕਰੀਏ। ਕਦੇ ਕਦੇ ਸਮਾਂ ਜ਼ਰੂਰ ਆਉਂਦਾ ਵਾ ਇਨਸਾਨ 'ਤੇ ਕਿ ਭਾਈ ਉਹਨੂੰ ਲੱਗਦਾ ਕਿ ਯਾਰ ਮੇਰੀ ਜ਼ਿੰਦਗੀ 'ਚ ਬਹੁਤ ਗਲਤ ਹੋ ਰਿਹਾ, ਪਰ ਪਰਮਾਤਮਾ ਕਿਤੇ ਨਾ ਕਿਤੇ ਜਿਹੜੀ ਰੌਸ਼ਨੀ ਹੁੰਦੀ ਆ, ਲਾਈਟ ਹੁੰਦੀ ਆ, ਹੋਪ ਹੁੰਦੀ ਆ, ਉਹ ਦਿਖਾ ਦਿੰਦਾ ਵਾ। ਆਪਣੀ ਜ਼ਿੰਦਗੀ ਕਦੇ ਵੀ ਇਹ 2 ਟਕੇ ਦੇ ਜਿਹੜੇ ਪੋਲੀਟੀਸ਼ੀਅਨ ਆ, ਇਹਨਾਂ ਕਰਕੇ ਖ਼ਤਮ ਨਾ ਕਰੋ। ਪ੍ਰੋਟੈਸਟ ਕਰੋ ਤੁਸੀਂ ਰੱਜ ਕੇ, ਭਾਈ ਤੁਸੀਂ ਗਲਤ ਆ, ਅਸੀਂ ਤੁਹਾਡੇ ਨਾਲ ਨਹੀਂ ਖੜੇ, ਅਸੀਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਨਹੀਂ ਗੇ, ਪਰ ਯਾਰ ਖੁਦਕੁਸ਼ੀ ਕਰਨੀ ਯਾਰ, ਉਹ ਬੰਦਾ ਮਰ ਗਿਆ ਵਿਚਾਰਾ, ਜਿਹੜਾ ਕਿਸਾਨ ਸੀਗਾ। ਖੁਦਕੁਸ਼ੀ ਕਰਨੀ ਕਿੰਨੀ ਗਲਤ ਗੱਲ ਆ ਯਾਰ। ਤੁਹਾਡੇ ਜਿਹੜੇ ਪਿੱਛੇ ਪਰਿਵਾਰਕ ਮੈਂਬਰ ਆ, ਤੁਹਾਡੀਆਂ ਧੀਆਂ ਹੋਣਗੀਆਂ, ਤੁਹਾਡੀਆਂ ਭੈਣਾਂ ਹੋਣਗੀਆਂ, ਤੁਹਾਡੀ ਘਰਵਾਲੀ ਹੋਊਗੀ, ਤੁਹਾਡੇ ਮਾਪੇ ਹੋ ਸਕਦੇ ਆ, ਉਹਨਾਂ ਦਾ ਕੀ ਬਣੂਗਾ ਯਾਰ ਜੇ ਤੁਸੀਂ ਖੁਦਕੁਸ਼ੀ ਕਰ ਲਈ ਤਾਂ? ਉਹਨਾਂ ਬਾਰੇ ਵੀ ਤਾਂ ਸੋਚਿਆ ਕਰੋ ਨਾ ਯਾਰ ਕਿ ਉਹਨਾਂ ਦਾ ਕੀ ਬਣੂਗਾ। ਸੋ ਤੁਸੀਂ ਪ੍ਰੋਟੈਸਟ ਕਰੋ, ਤੁਸੀਂ ਆਪਣੀ ਗੱਲ ਸਾਹਮਣੇ ਰੱਖੋ, ਪਰ ਤੁਸੀਂ ਇਹ ਗਲਤ ਚੀਜ਼ਾਂ ਵਾਲੇ ਪਾਸੇ ਨਾ ਜਾਓ। ਖੁਦਕੁਸ਼ੀਆਂ ਕਰਨੀਆਂ, ਜਾਂ ਕਈ ਵਾਰੀ ਕੀ ਹੁੰਦਾ ਕਿ ਲੋਕੀ ਮੋਰਚਿਆਂ ਦੇ ਵਿੱਚੋਂ ਕਹਿ ਲਓ ਜਾਂ ਫਿਰ ਪ੍ਰੋਟੈਸਟ ਦੇ ਵਿੱਚੋਂ ਕਹਿ ਲਓ, ਭੰਨ-ਤੋੜ ਕਰਨ ਲੱਗ ਜਾਂਦੇ ਪਬਲਿਕ ਪ੍ਰੋਪਰਟੀ ਦੀ। ਉਹਦਾ ਵੀ ਕੋਈ ਫਾਇਦਾ ਨਹੀਂ ਗਾ। ਉਹਦੇ ਨਾਲ ਨਾਮ ਹੀ ਖਰਾਬ ਹੁੰਦਾ ਵਾ ਕਿ ਭਾਈ ਦੇਖੋ ਇਹ ਹੁੱਲੜਬਾਜ਼ੀ ਕਰਦੇ ਪਏ ਆ ਇਕੱਠੇ ਹੋ ਕੇ। ਸੋ ਜਿਹੜੇ ਦੇਸ਼ ਦੇ ਬਹੁਤ ਸਾਰੇ ਲੋਕ ਆ ਉਹ ਕਿਸਾਨਾਂ ਨਾਲ ਖੜੇ ਆ, ਉਹਨੂੰ ਸਪੋਰਟ ਕਰਦੇ ਆ, ਤੇ ਜਿਹੜੇ ਬਿੱਲ ਲੈ ਕੇ ਆਂਦੇ ਆ ਬੀਜੇਪੀ ਨੇ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਅੱਗੇ ਆਪਾਂ ਚੱਲਦੇ ਹਾਂ ਜੀ। ਸੁਮੇਰ ਸੈਣੀ ਨੂੰ ਕੋਈ ਰਾਹਤ ਨਹੀਂ ਮਿਲੀ ਹਾਈ ਕੋਰਟ ਤੋਂ, ਪਰ ਫਿਰ ਇਹਨੇ ਆਪਣੀ ਸੁਪਰੀਮ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ। ਪਹਿਲੀ ਅਰਜੀ ਆਈ ਥਿੰਕ ਉਹ 'ਚ ਕੁਛ ਕਮੀ ਸੀ, ਬਾਅਦ 'ਚ ਫੇਰ ਦਾਇਰ ਕੀਤੀ ਅਤੇ ਇਹਨੂੰ ਬੇਲ ਮਿਲ ਗਈ ਆ। ਕਹਿ ਲਓ ਕਿ ਆਰਜੀ ਰੋਕ ਲੱਗ ਗਈ ਇਹਦੀ ਗ੍ਰਿਫਤਾਰੀ 'ਤੇ। ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਹੋਰ ਕਿੰਨੇ ਕੇਸ ਹੋਣਗੇ ਕਿ ਸੁਪਰੀਮ ਕੋਰਟ ਨੇ ਕਿਸੇ ਬੰਦੇ 'ਤੇ 302 ਦਾ ਮੁਕੱਦਮਾ ਦਰਜ ਹੋਵੇ ਅਤੇ ਉਹਦੀ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ। ਕਿੰਨੇ ਕੁ ਤੁਹਾਨੂੰ ਇਹੋ ਜਿਹੇ ਮਿਲ ਜਾਣਗੇ ਕੇਸ? ਅਤੇ ਉੱਥੇ ਇਹਨਾਂ ਨੇ ਡਿਸਕਸ ਨਹੀਂ ਕੀਤਾ, ਜਾਂ ਦੂਜੀ ਧਿਰ ਨੇ ਇਹ ਨਹੀਂ ਕਿਹਾ ਕਿ ਭਾਈ ਉਹਨੇ ਇਨੋਸੈਂਟ ਮਾਰੇ ਆ। ਦੇਖੋ ਉਸ ਦੌਰ ਦੇ ਵਿੱਚ ਐਡਾ ਇਹ ਹਾਈ-ਫਾਈ ਕੇਸ ਆ, ਇੰਨਾ ਕਰੂਸ਼ੀਅਲ ਕੇਸ ਆ, ਇੰਨਾ ਸੈਂਸਿਟਿਵ ਕੇਸ ਆ, ਅਤੇ ਤੁਸੀਂ ਇਹਨੂੰ ਜਿਹੜੀ ਆ ਉਹ ਬੇਲ ਦਿੰਦੇ ਪਏ ਆ। ਜਾਂ ਫਿਰ ਇਹ ਬੰਦਾ ਜਿਹੜਾ ਕਿੱਥੇ ਲੁਕਿਆ ਹੋਇਆ ਵਾ, ਉਹਦੇ ਬਾਰੇ ਗੱਲ ਕੀਤੀ ਕਿ ਐਡਾ ਤੂੰ ਸੂਰਮਾ ਬਣਿਆ ਫਿਰਦਾ ਵਾਂ ਅਤੇ ਤੂੰ ਲੁਕਿਆ ਫਿਰਦਾ ਵਾਂ ਖੁੱਡਾਂ ਦੇ ਵਿੱਚ, ਸਾਹਮਣੇ ਆ ਨਾ, ਬਸ ਇੰਨੀ ਕੁ ਔਕਾਤ ਰਹਿ ਗਈ ਕਿ ਤੇਰੇ ਸਿਰ ਤੋਂ ਹੱਥ ਚੱਕਿਆ ਗਿਆ ਅਤੇ ਹੁਣ ਤੂੰ ਲੁਕਦਾ ਫਿਰਦਾ ਵਾਂ। ਕੀ ਕੋਰਟ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਭਾਈ ਉਹ ਲੁਕਿਆ ਕਿਉਂ, ਆਪਣੀ ਜਿਹੜੀ ਸਿਕਿਉਰਿਟੀ ਸੀਗੀ ਉਹ ਛੱਡ ਕੇ ਕਿਉਂ ਗਿਆ ਵਾ? ਇਹ ਪੁਆਇੰਟਸ ਨਹੀਂ ਚੱਕੇ ਗਏ ਉੱਥੇ। ਫਿਰ ਜੱਜ ਨੇ ਪਤਾ ਨਹੀਂ ਯਾਰ ਕਿਵੇਂ ਫੈਸਲਾ ਸੁਣਾਤਾ। ਮੈਂ ਤਾਂ ਰੀਅਲੀ ਹੈਰਾਨ ਹੋਇਆ। ਜਿਸ ਵੇ ਦੇ ਵਿੱਚ ਇਹ ਕੇਸ ਜਾਂਦਾ ਪਿਆ ਨਾ, ਮੈਨੂੰ ਨਹੀਂ ਲੱਗਦਾ ਇਸ ਬੰਦੇ ਨੂੰ ਕੋਈ ਸਜ਼ਾ ਹੋਊਗੀ। ਹੋਊਗੀ ਤਾਂ ਬਹੁਤ ਹੀ ਵਧੀਆ ਗੱਲ ਆ, ਅਤੇ ਇਹ ਜਿਹੜੀ ਗ੍ਰਿਫਤਾਰੀ 'ਤੇ ਰੋਕ ਲੱਗੀ ਆ ਨਾ, ਇਹ ਰੀਅਲੀ ਅਨਐਕਸਪੈਕਟਡ ਸੀਗੀ। ਮੈਨੂੰ ਸੀਗਾ ਕਿ ਇਹ ਬੰਦਾ ਜਿਹੜਾ ਗ੍ਰਿਫਤਾਰ ਹੋ ਜਾਊਗਾ, ਕੁਛ ਬੋਲੂਗਾ ਜਾਂ ਨਹੀਂ ਬੋਲੂਗਾ, ਜੇਲ੍ਹ 'ਚ ਜਾਊਗਾ ਜਾਂ ਇਹਦਾ ਇਨਕਾਊਂਟਰ ਹੋ ਜਾਊਗਾ, ਪਰ ਮੈਂ ਇਹ ਨਹੀਂ ਸੋਚਿਆ ਸੀਗਾ ਕਿ ਸੁਪਰੀਮ ਕੋਰਟ ਵੱਲੋਂ ਇਹਦੀ ਗ੍ਰਿਫਤਾਰੀ 'ਤੇ ਰੋਕ ਲੱਗ ਜੂਗੀ। ਆਉਣ ਵਾਲੇ 3-4 ਹਫ਼ਤਿਆਂ 'ਚ ਸ਼ਾਇਦ ਆਪਾਂ ਕੋਈ ਵੀ ਗੱਲ ਨਾ ਕਰੀਏ ਅਨਲੈਸ ਇਹ ਆਪਣੀ ਖੁੱਡ 'ਚੋਂ ਬਾਹਰ ਆਉਂਦਾ ਵਾ। ਕਾਰਨ ਉਹਦਾ ਇਹ ਆ ਕਿ 3 ਹਫ਼ਤਿਆਂ ਤੱਕ ਜਿਹੜੀ ਪੰਜਾਬ ਸਰਕਾਰ ਆ ਉਹ ਆਪਣਾ ਪੱਖ ਰੱਖੂ ਸੁਪਰੀਮ ਕੋਰਟ ਦੇ ਵਿੱਚ, ਫਿਰ ਚੌਥੇ ਹਫ਼ਤੇ ਦੇ ਵਿੱਚ ਜਿਹੜੀ ਦੂਜੀ ਧਿਰ ਆ ਸੁਮੇਰ ਸੈਣੀ ਵਾਲੀ, ਉਹ ਆਪਣਾ ਪੱਖ ਰੱਖੂਗੀ। ਕੀ ਉੱਥੇ ਪੱਖ ਰੱਖੇ ਜਾਂਦੇ, ਕੀ ਗੱਲਬਾਤ ਹੁੰਦੀ ਆ, ਉਹ ਜਿਹੜਾ ਕੁਛ ਵੀ ਆਊਗਾ ਬਾਹਰ ਆਪਾਂ ਫਿਰ ਉਹਦੇ 'ਤੇ ਗੱਲ ਕਰਾਂਗੇ। ਅੱਗੇ ਜੀ ਜਿਹੜਾ ਬਾਈਬਲ ਕਲਾ ਕਾਂਡ ਦੇ ਵਿੱਚ ਦੋਸ਼ੀ ਸੀਗਾ, ਉਹ ਅਪਰੂਵਰ ਬਣ ਗਿਆ ਵਾ। ਕਹਿਣ ਦਾ ਭਾਵ ਕਿ ਉਹ ਗਵਾਹ ਬਣ ਗਿਆ, ਜਿਵੇਂ ਸੁਮੇਰ ਸੈਣੀ ਦੇ ਕੇਸ ਦੇ ਵਿੱਚ ਹੋਇਆ ਸੀਗਾ ਨਾ, ਕਿ ਜਿਹੜੇ ਲੋਕ ਕਸੂਰਵਾਨ ਸੀਗੇ ਉਹਨਾਂ ਨੇ ਕਿਹਾ ਕਿ ਅਸੀਂ ਗਵਾਹੀ ਦੇਣ ਲਈ ਤਿਆਰ ਆ ਇਹਦੇ ਖਿਲਾਫ, ਉਹੀ ਇੱਥੇ ਹੋਇਆ ਵਾ।
ਤੇ ਉਸ ਬੰਦੇ ਨੇ ਡੀਜੀਪੀ ਰੈਂਕ ਦਾ ਆਫਿਸਰ ਤੇ ਸੀਨੀਅਰ ਅਕਾਲੀ ਲੀਡਰ ਇਹਨਾਂ ਦੇ ਨਾਮ ਲਿੱਤੇ ਆ ਕਿ ਇਹ ਜਿਹੜੇ ਆ ਇਹਨਾਂ ਲੋਕਾਂ ਦਾ ਉਹਦੇ 'ਚ ਹੱਥ ਸੀਗਾ ਗੋਲੀकांड ਦੇ ਵਿੱਚ। ਡੀਜੀਪੀ ਰੈਂਕ ਦਾ ਆਫਿਸਰ ਉਹਨੂੰ ਤਾਂ ਛੱਡੋ ਪਰਾਂ, ਪੁਲਿਸ ਵਾਲਿਆਂ ਦੇ ਕੰਮ ਆ, ਉਹ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਯਾਰ ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ, ਉਹ ਵੀ ਸੀਨੀਅਰ ਲੀਡਰ ਕਿਹਾ ਜਾਂਦਾ, ਉਹਨੇ ਇਹ ਕੰਮ ਕੀਤਾ। ਕਿੱਧਰ ਚਲੀ ਗਈ ਯਾਰ ਸ਼੍ਰੋਮਣੀ ਅਕਾਲੀ ਦਲ? ਜਿਵੇਂ ਪਹਿਲਾਂ ਵੀ ਕਿਹਾ ਸੀ, ਇਹ ਸ਼ਹੀਦਾਂ ਦੀ ਪਾਰਟੀ ਸੀਗੀ ਤੇ ਕੀ ਬਣਾ ਕੇ ਰੱਖਤਾ ਇਹਨੂੰ। ਹੁਣ ਤੁਸੀਂ ਦੇਖੋ ਜਿਹੜੇ ਇਹਨਾਂ ਦੇ ਆਹ ਡਿਸਟ੍ਰਿਕਟ ਲੈਵਲ ਦੇ ਲੀਡਰਸ ਹੁੰਦੇ ਆ ਨਾ, ਯੂਥ ਵਿੰਗ ਦੀ ਜੇ ਖਾਸ ਕਰਕੇ ਗੱਲ ਕਰਦੇ ਆ, ਘੋਣ-ਮੋਣ ਹੁੰਦਾ ਸਾਰਾ। ਇਹ ਕਿਹੜੇ ਅਕਾਲੀ ਦਲ ਦੇ ਬੰਦੇ ਆ, ਘੋਣ-ਮੋਣ ਤੁਰੇ ਫਿਰਦੇ ਆ, ਜਿਨ੍ਹਾਂ ਨੇ ਸਿੱਖੀ ਨਹੀਂ ਸਾਂਭੀ, ਉਹ ਅਕਾਲੀ ਦਲ ਦੇ ਪ੍ਰਧਾਨ ਬਣੇ ਫਿਰਦੇ ਆ ਡਿਸਟ੍ਰਿਕਟ ਲੈਵਲ ਤੇ। ਮੈਂ ਪਹਿਲਾਂ ਵੀ ਕਿਹਾ ਕਿ ਬਾਦਲਾਂ ਦੇ ਹੱਥੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਟਾਉਣਾ ਬਹੁਤ ਜ਼ਰੂਰੀ ਆ। ਹੋਰ ਜਿਹੜੇ ਲੋਕ ਆ ਉਹ ਆਉਣ, ਕਮਾਂਡ ਸਾਂਭਣ, ਕਿਉਂਕਿ ਇਹਨੇ ਬੇੜਾ ਗਰਕ ਕੀਤਾ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ। ਉਸ ਬੰਦੇ ਦਾ ਨਾਮ ਕੀ ਆ ਜਿਹੜਾ ਅਕਾਲੀ ਦਲ ਦਾ ਲੀਡਰ ਆ, ਉਹ ਖਬਰ ਦੇ ਵਿੱਚ ਨਹੀਂ ਦਿੱਤਾ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਕੇਸ ਦੀ ਪੈਰਵਾਈ ਹੁੰਦੀ ਆ, ਕੁਛ ਨਿਕਲ ਕੇ ਬਾਹਰ ਆਉਂਦਾ, ਆਪਾਂ ਫੇਰ ਗੱਲ ਕਰਾਂਗੇ ਕਿ ਕਿਹੜਾ ਅਕਾਲੀ ਲੀਡਰ ਸੀਗਾ ਜਿਹਦੇ ਕਹਿਣ 'ਤੇ ਇਹ ਗੋਲੀ ਚੱਲੀ ਸੀਗੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਇਹ ਜਿਹੜੀ ਖਬਰ ਲੱਗੀ ਆ, ਇਹ ਨੈਸ਼ਨਲ ਪੋਸਟ ਆ, ਇੱਕ ਅਖਬਾਰ, ਕੈਨੇਡਾ ਦਾ ਅਖਬਾਰ ਆ। ਉਹਦੇ ਵਿੱਚ ਇੱਕ ਖਬਰ ਲੱਗੀ ਆ ਕਿ ਜਿਹੜਾ ਸਿੱਖ ਗਰੁੱਪ ਆ ਨਾ, ਵਰਲਡ ਸਿੱਖ ਆਰਗੇਨਾਈਜੇਸ਼ਨ, ਉਹਨਾਂ ਨੇ ਇੱਕ ਟਵੀਟ ਕੀਤੀ ਸੀਗੀ 1984 ਬਾਰੇ। ਤੇ ਟਵਿੱਟਰ ਨੇ ਉਹਨਾਂ ਨੂੰ ਕਿਹਾ ਕਿ ਭਾਈ ਜਿਹੜੇ ਤੁਹਾਡੀ ਟਵੀਟ ਆ, ਇਹ ਜਿਹੜਾ ਇੰਡੀਅਨ ਲਾਅ ਵਾ ਉਹਦੇ ਅਗੇਂਸਟ ਆ, ਇਸ ਕਰਕੇ ਤੁਹਾਨੂੰ ਇਹ ਰਿਮੂਵ ਕਰਨੀ ਚਾਹੀਦੀ ਆ। ਮਤਲਬ ਕਾਇੰਡ ਆਫ ਤੁਸੀਂ ਕਹਿ ਲਓ ਕਿ ਸੈਂਸਰਸ਼ਿਪ ਉਹ ਕੀਤੀ ਗਈ ਆ। ਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਹੜੇ ਸਿੱਖਾਂ ਨੂੰ ਮਾਰਿਆ ਗਿਆ ਸੀ ਹੈ ਨਾ, ਉਹਦੇ ਬਾਰੇ ਜਿਹੜੀ ਗੱਲ ਆ ਉਹ ਆਪਾਂ ਨੂੰ ਕਰਨੀ ਚਾਹੀਦੀ ਆ, ਜਾਂ ਫਿਰ ਜੈਨੋਸਾਈਡ ਕਿਹਾ ਸੀਗਾ ਉਹਨੂੰ। ਤੇ ਇੰਡੀਅਨ ਜਿਹੜਾ ਇਹ ਗੌਰਮੈਂਟ ਆ ਜਾਂ ਇੰਡੀਅਨ ਲਾਅ ਵਾ, ਉਹ ਮੰਨਣ ਨੂੰ ਤਿਆਰ ਨਹੀਂ ਗਏ ਗੱਲ। ਇਸ ਕਰਕੇ ਟਵਿੱਟਰ ਨੇ ਫਿਰ ਜਿਹੜੀ ਆਪਣਾ ਸੀਗਾ ਈਮੇਲ ਉਹ ਸੈਂਡ ਕਰਕੇ ਕਿਹਾ ਕਿ ਇਹ ਚੀਜ਼ ਗਲਤ ਆ, ਤੁਸੀਂ ਇਹਨੂੰ ਰਿਮੂਵ ਕਰੋ। ਉਹਦੇ ਹੀ ਥੱਲੇ ਹੀ ਫਿਰ ਜਿਹੜੇ ਮੂਰਖ ਲੋਕ ਹੁੰਦੇ ਆ, ਉਹਨਾਂ ਨੇ ਆਪਣੀ ਗੱਲ ਕਹਿਣੀ ਸ਼ੁਰੂ ਕਰਤੀ ਕਿ ਭਾਈ ਇਹ ਜਿਹੜੇ ਲੋਕ ਆ, ਇਹ ਮਾਹੌਲ ਖ਼ਰਾਬ ਕਰਦੇ ਪਏ ਆ ਕੈਨੇਡਾ ਦੇ ਵਿੱਚ ਆ ਕੇ, ਆਪਦੇ ਜਿਹੜੇ ਆਈਡੈਂਟੀਟੀਜ਼ ਆ, ਪੋਲੀਟੀਕਲ ਆਈਡੈਂਟੀਟੀਜ਼ ਆ ਜਾਂ ਕੁਛ ਹੋਰ, ਉਹਨੂੰ ਇਹ ਲੋਕ ਸਾਹਮਣੇ ਰੱਖਦੇ ਪਏ ਆ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਇਹ ਕਿਉਂ ਕਰਦੇ, ਉੱਥੇ ਜਾ ਕੇ ਕਰਨਾ। ਹੁਣ ਦੇਖੋ ਤੁਸੀਂ, ਐਡੇ ਮੂਰਖ ਲੋਕ ਹੁੰਦੇ ਆ ਨਾ, ਇੰਨੇ ਬ੍ਰੇਨ ਵਾਸਟ ਲੋਕ ਆ ਨਾ, ਚਾਹੇ ਤੁਸੀਂ ਕੈਨੇਡਾ ਦੀ ਗੱਲ ਕਰ ਲਓ, US ਦੀ ਗੱਲ ਕਰ ਲਓ, ਆਸਟ੍ਰੇਲੀਆ ਦੀ ਗੱਲ ਕਰ ਲਓ, ਜਿੱਥੇ ਵੀ ਵਾਈਟ ਲੋਕ ਆ ਕੇ ਰੁਕੇ ਸੀਗੇ ਸ਼ੁਰੂਆਤ ਦੇ ਵਿੱਚ। ਬਈ ਤੁਸੀਂ ਕਿਹੜਾ ਆਪਣਾ ਪਿਛੋਕੜ ਜਿਹੜਾ ਛੱਡ ਕੇ ਆਏ ਸੀਗੇ, ਜਿਹੜੇ ਉੱਥੇ ਲੋਕ ਰਹਿੰਦੇ ਸੀ ਉਹਨਾਂ ਨੂੰ ਗੁਲਾਮ ਕਰਕੇ ਤੁਸੀਂ ਅੱਗੇ ਵਧੇ ਆ ਨਾ। ਖਾਸ ਕਰ ਅਸੀਂ ਤੁਹਾਡੇ ਵਰਗੇ ਤਾਂ ਨਹੀਂ ਹੈਗੇ ਨਾ, ਮੈਂ ਸਾਰੇ ਵਾਈਟ ਲੋਕਾਂ ਨੂੰ ਨਹੀਂ ਕਹਿੰਦਾ ਪਿਆ, ਜਿਹੜੇ ਕੁਛ ਕੁ ਮੂਰਖ ਲੋਕ ਹੁੰਦੇ ਆ ਇਹਨਾਂ ਵਰਗੇ, ਮੈਂ ਉਹਨਾਂ ਨੂੰ ਕਹਿੰਦਾ ਪਿਆ ਵਾਂ ਵੀ ਤੁਹਾਡਾ ਜਿਹੜਾ ਰਾਜ ਆਇਆ ਵਾ, ਉਹ ਲੋਕਾਂ ਨੂੰ ਗੁਲਾਮ ਕਰਕੇ ਆਇਆ ਵਾ। ਆਪਣਾ ਪਿਛੋਕੜ ਨਾ ਭੁੱਲੋ ਤੁਸੀਂ ਕਿ ਤੁਸੀਂ ਕਿੱਥੋਂ ਆਏ ਆ। ਸਿੱਖਾਂ ਨੇ ਐਟਲੀਸਟ ਗੁਲਾਮ ਤਾਂ ਨਹੀਂ ਕੀਤਾ ਨਾ ਕਿਸੇ ਨੂੰ, ਆਪਦੇ ਹੱਕਾਂ ਦੀ ਗੱਲ ਹੀ ਕਰਦੇ ਆ, ਚਾਹੇ ਉਹ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਹੋਣ। ਪੰਜਾਬ ਦੇ ਵਿੱਚ ਵੀ ਯਾਰ ਲੋਕ ਕਈ ਗੱਲ ਕਰਦੇ ਜਾਂਦੀ, ਇਹ 'ਚ ਕੀ ਆ? ਕੈਨੇਡਾ ਦੇ ਵਿੱਚ ਜੇ ਲੋਕਾਂ ਨੇ ਗੱਲ ਕਰ ਲਈ ਤਾਂ ਕੀ ਹੋ ਗਿਆ? ਇੰਨਾ ਗਲਤ ਲਿਖਦੇ ਆ ਨਾ ਕਈ ਲੋਕ ਸਿੱਖਾਂ ਬਾਰੇ, ਜਿਵੇਂ ਕਹਿੰਦੇ ਆ ਨਾ ਕਿ ਨਸਲੀ ਵਿਤਕਰਾ ਕਹਿ ਲਓ, ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਉਹ ਇਹਨਾਂ ਲੋਕਾਂ ਦੇ ਕਈਆਂ ਦੇ ਖੂਨ ਦੇ ਵਿੱਚ ਭਰੀ ਹੋਈ ਆ। ਵੀ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ, ਸਿਰਫ ਕੈਨੇਡਾ ਦੀ ਗੱਲ ਹੀ ਕਰਨੀ ਆ। ਹੁਣ ਦੇਖੋ ਜਿਹੜਾ ਜੈਨੋਸਾਈਡ ਹੋਇਆ ਸੀਗਾ, ਹੋਲੋਕਾਸਟ ਹੋਇਆ ਸੀਗਾ ਯਹੂਦੀਆਂ ਦਾ ਹਿਟਲਰ ਦੇ ਸਮੇਂ ਦੇ ਵਿੱਚ, ਕਿਹੜਾ ਦੇਸ਼ ਆ ਜਿਹੜਾ ਉਹਦੀ ਗੱਲ ਨਹੀਂ ਕਰਦਾ, ਉਹ 'ਤੇ ਚਾਨਣਾ ਨਹੀਂ ਪਾਉਂਦਾ? ਉਹ ਤਾਂ ਕਹਿੰਦੇ ਆ ਕਿ ਹਿਟਲਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਉਹਨੇ ਬਹੁਤ ਇਨੋਸੈਂਟ ਮਾਰੇ। ਜੇ ਉਹੀ ਗੱਲ ਸਿੱਖਾਂ ਦੀ ਕਹਿ ਦਿੰਦੇ ਆ ਕਿ ਭਾਈ ਸਿੱਖਾਂ ਨਾਲ ਵਿਤਕਰਾ ਹੋਇਆ, ਉਹਦੇ ਬਾਰੇ ਆਵਾਜ਼ ਚੱਕੋ, ਉਹ ਫਿਰ ਆਵਾਜ਼ ਚੱਕਣ ਨੂੰ ਤਿਆਰ ਨਹੀਂ ਗੇ। ਉਵੇਂ ਦੇਖੋ UK ਦੇ ਵਿੱਚ ਹੋਇਆ ਸੀਗਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਵਾ, ਉਦੋਂ UK ਦੀ ਗੌਰਮੈਂਟ ਸਾਥ ਦਿੰਦੀ ਇੰਡੀਆ ਦਾ। ਤੇ ਖਬਰਾਂ ਦੇ ਵਿੱਚ ਇਹ ਆਇਆ ਕਿ $5 ਬਿਲੀਅਨ ਦੀ ਡੀਲ ਸੀਗੀ। $5 ਬਿਲੀਅਨ ਬਹੁਤ ਹੁੰਦਾ, ਕਿਉਂਕਿ ਗੌਰਮੈਂਟ ਨੇ ਇਹ ਥੋੜ੍ਹੀ ਦੇਖਣਾ ਯਾਰ ਕਿ ਤੁਹਾਡੀ ਲਾਈਫ ਮੈਟਰ ਕਰਦੀ ਹੈ ਕਿ ਨਹੀਂ ਕਰਦੀ, ਤੁਹਾਡੇ ਦੇਸ਼ ਦੇ ਵਿੱਚ ਸ਼ਾਂਤੀ ਹੈਗੀ ਕਿ ਨਹੀਂ, ਪੈਸੇ ਦਾ ਫਲੋ ਹੋ ਰਿਹਾ ਨਾ, ਇੰਪੋਰਟ ਐਕਸਪੋਰਟ ਹੋ ਰਿਹਾ ਨਾ, ਬਸ ਇੰਨਾ ਹੀ ਮਾਇਨੇ ਰੱਖਦਾ ਵਾ ਉਹਨਾਂ ਨੂੰ। ਅਸੀਂ ਪਾਵਰ ਦੇ ਵਿੱਚ ਹੈਗੇ ਆ ਨਾ, ਇਹੀ ਗੱਲਾਂ ਮਾਇਨੇ ਰੱਖਦੀਆਂ ਉਹਨਾਂ ਲਈ। ਸੋ 5 ਬਿਲੀਅਨ ਦੀ ਡੀਲ ਸਾਈਨ ਹੋਈ ਸੀ, ਇਸ ਕਰਕੇ ਸਾਰਾ ਕੁਛ ਕਰਨਾ ਪਿਆ ਸੀ ਉਹਨਾਂ ਨੂੰ। ਬਹੁਤ ਕੁਛ ਆ ਯਾਰ, ਇਹ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਜਿਹੜੇ ਇਹ ਗਲਤ ਕਮੈਂਟ ਕਰਦੇ ਆ। ਵੀ ਅਸੀਂ ਕੁਛ ਗਲਤ ਥੋੜ੍ਹੀ ਕਹਿੰਦੇ ਪਏ, ਅਸੀਂ ਕੈਨੇਡਾ ਨੂੰ ਬੁਰਾ ਕਹਿਤਾ, ਅਸੀਂ ਇੰਡੀਆ ਨੂੰ ਬੁਰਾ ਕਹਿਤਾ। ਇੱਕ ਗੱਲ ਤੁਸੀਂ ਇਹ ਦੇਖੋ ਕਿ ਜੇ ਲੋਕ ਇੰਡੀਅਨ ਗੌਰਮੈਂਟ ਦੇ ਅਗੇਂਸਟ ਬੋਲਦੇ ਆ ਨਾ, ਲੋਕ ਕਹਿਣ ਲੱਗ ਜਾਂਦੇ ਆ ਕਿ ਤੁਸੀਂ ਇੰਡੀਆ ਦੇ ਖਿਲਾਫ ਆ। ਯਾਰ ਇੱਕ ਪਰਟੀਕੂਲਰ ਲੈਂਡ ਦੇ ਖਿਲਾਫ, ਇੱਕ ਪਰਟੀਕੂਲਰ ਜਿਹੜੀ ਜਗ੍ਹਾ ਹੁੰਦੀ ਹੈ ਉਹਦੇ ਖਿਲਾਫ ਤੁਸੀਂ ਕਦੇ ਵੀ ਨਹੀਂ ਹੋ ਸਕਦੇ। ਤੁਸੀਂ ਮੂਰਖ ਹੋਵੋਗੇ ਜੇ ਤੁਸੀਂ ਕਹੋਗੇ ਕਿ ਮੈਨੂੰ ਧਰਤੀ ਦਾ ਇਹ ਟੁਕੜਾ ਚੰਗਾ ਲੱਗਦਾ, ਇਹ ਚੰਗਾ ਨਹੀਂ ਲੱਗਦਾ। ਨਹੀਂ, ਉਹ ਲੋਕਾਂ ਦੀ ਗੱਲ ਹੁੰਦੀ ਆ ਹਮੇਸ਼ਾ।
ਕਿ ਜਿਹੜੇ ਲੋਕ ਆ ਉਹ ਚੰਗੇ ਆ ਜਾਂ ਨਹੀਂ, ਜਿਹੜੀ ਗੌਰਮੈਂਟ ਆ ਉਹ ਚੰਗੀ ਆ ਕਿ ਨਹੀਂ। ਪਰ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਨਹੀਂ ਸਮਝਦੇ, ਉਹ ਇਹ ਕਹਿਣ ਲੱਗ ਜਾਂਦੇ ਆ ਕਿ ਨਹੀਂ ਭਾਈ, ਜਿਹੜੀ ਤੁਸੀਂ ਦੇਸ਼ ਦੀ ਗੱਲ ਕਰਦੇ ਆ ਨਾ, ਇੱਕ ਪਰਟੀਕੂਲਰ ਲੈਂਡ ਦੀ ਗੱਲ ਕਰਦੇ ਆ, ਤੁਸੀਂ ਉਹਦੇ ਖਿਲਾਫ ਆ। ਉਹ ਨਹੀਂ ਯਾਰ, ਮੈਨੂੰ ਬਹੁਤ ਲੋਕਾਂ ਨੇ ਇਹ ਪੁੱਛਿਆ ਵਾ ਕਿ ਤੂੰ ਇੰਡੀਆ ਦੇ ਖਿਲਾਫ ਆ ਕਿ ਨਹੀਂ। ਯਾਰ ਇੰਡੀਆ ਦੇ ਖਿਲਾਫ ਹੋ ਕੇ ਕੀ ਮਿਲੂਗਾ? ਇੰਡੀਆ ਦੇ ਖਿਲਾਫ ਹੋਣਾ ਇਹ ਸੈਂਸ ਵੀ ਨਹੀਂ ਬਣਦੀ ਯਾਰ। ਜਿਹੜੇ ਲੋਕਾਂ ਨੇ ਗਲਤ ਕੰਮ ਕੀਤੇ, ਸੁਮੇਲ ਸੈਣੀ ਵਰਗੇ, KPS ਗਿੱਲ ਵਰਗੇ, ਬੇਅੰਤ ਸਿੰਘ ਵਰਗੇ, ਇੰਦਰਾ ਗਾਂਧੀ ਵਰਗੇ, ਅਸੀਂ ਇਹਨਾਂ ਦੇ ਖਿਲਾਫ ਹਾਂ। ਅਸੀਂ ਦੇਸ਼ ਦੇ ਖਿਲਾਫ ਹੋਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਗੌਰਮੈਂਟ ਦੇ ਖਿਲਾਫ ਹੋਣ ਦਾ ਮਤਲਬ ਬਣਦਾ ਵਾ। ਹੁਣ ਤੁਸੀਂ US ਦੇ ਵਿੱਚ ਦੇਖੋ, ਇਹਨਾਂ ਪੋਲਰਾਈਜ਼ਡ ਆ ਉੱਥੇ ਜਿਹੜਾ ਇਹ ਪੂਰਾ ਸਮਾਜ ਆ ਉਹਨਾਂ ਦਾ। ਕਈ ਲੋਕ ਜਿਹੜੇ ਆ ਉਹ ਟਰੰਪ ਦੇ ਪਿੱਛੇ ਲੱਗੇ ਹੋਏ ਆ, ਕਈ ਲੋਕ ਜਿਹੜੇ ਆ ਉਹ ਜਿਹੜਾ ਜੋ ਬਿਡਨ ਆ ਉਹਦੇ ਪਿੱਛੇ ਲੱਗੇ ਹੋਏ ਆ। ਉਹ ਐਂ ਥੋੜ੍ਹੀ ਕਹਿੰਦੇ ਆ ਕਿ ਅਸੀਂ ਅਮਰੀਕਾ ਦੇ ਖਿਲਾਫ ਆ ਜਾਂ ਨਹੀਂ। ਉਹ ਇਹ ਕਹਿੰਦੇ ਕਿ ਇਹ ਪੋਲੀਟੀਕਲ ਪਾਰਟੀ ਗਲਤ ਹੈ, ਅਸੀਂ ਇਹਦੇ ਨਾਲ ਨਹੀਂ ਹੈਗੇ, ਇਹਨੇ ਗਲਤ ਕੰਮ ਕੀਤੇ ਆ, ਜਾਂ ਇਹ ਪੋਲੀਟੀਕਲ ਪਾਰਟੀ ਚੰਗੀ ਆ, ਇਹਨੇ ਚੰਗੇ ਕੰਮ ਕੀਤੇ ਆ। ਸੋ ਇਹ ਗੱਲਾਂ ਹੁੰਦੀਆਂ ਯਾਰ, ਲੋਕੀ ਨਾ ਹੋਰ ਹੀ ਪਾਸੇ ਲੈ ਜਾਂਦੇ ਆ। ਜੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਆ, ਸਿੱਖ ਕਹਿੰਦੇ ਆ ਕਿ ਇਨੋਸੈਂਟਸ ਨੂੰ ਮਾਰਿਆ ਗਿਆ ਵਾ। ਹੁਣ ਦੇਖੋ, ਜਿਹੜੇ ਜਸਵੰਤ ਸਿੰਘ ਖਾਲੜਾ ਸੀਗੇ, ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਗੱਲ ਕਹਿਣ ਦੇ ਲਈ, ਉਦੋਂ ਹੀ ਕੱਢ ਦਿੰਦੇ ਨਾ ਕਿ ਨਹੀਂ ਭਾਈ ਤੂੰ ਇੱਥੇ ਕੀ ਕਰਨਾ ਹੈ, ਤੂੰ ਜਾ, ਅਸੀਂ ਕੀ ਲੈਣਾ ਤੁਹਾਡੇ ਤੋਂ। ਵੀ ਮੂਰਖ ਨਹੀਂ ਬਣਨਾ ਚਾਹੀਦਾ, ਜਿਵੇਂ ਪਹਿਲਾਂ ਕਿਹਾ, ਭੇਡ ਨਹੀਂ ਬਣਨਾ ਚਾਹੀਦਾ। ਚਾਹੇ ਤੁਸੀਂ ਆਪਣੀ ਕਲਚਰ ਦੀ ਗੱਲ ਕਰ ਲਓ, ਦੇਸ਼ ਦੀ ਗੱਲ ਕਰ ਲਓ, ਪੋਲੀਟੀਕਲ ਪਾਰਟੀ ਦੀ ਗੱਲ ਕਰੋ, ਭੇਡ ਨਾ ਬਣੋ। ਭੇਡ ਬਣਨ ਦਾ ਕੋਈ ਫਾਇਦਾ ਨਹੀਂ ਗਾ। ਉਹਨੂੰ ਸਮਝੋ, ਐਂਪਥੀ ਜਿਹੜੀ ਹੁੰਦੀ ਹੈ ਨਾ, ਕਿ ਦੂਜਿਆਂ ਦਾ ਦਰਦ ਸਮਝਣਾ, ਉਹ ਸਮਝਣ ਦੀ ਕੋਸ਼ਿਸ਼ ਕਰੋ ਯਾਰ। ਜਦੋਂ ਬਲੈਕ ਲੋਕ ਜਿਹੜੇ ਸੀ ਪ੍ਰੋਟੈਸਟ ਕਰਦੇ ਪਏ ਸੀ, ਮੈਂ ਉਦੋਂ ਵੀ ਕਿਹਾ ਸੀਗਾ ਇਹ ਆਪਣੇ ਇੱਕ ਐਪੀਸੋਡ ਦੇ ਵਿੱਚ, ਕਿ ਉਹਨਾਂ ਨਾਲ ਖੜਨਾ ਚਾਹੀਦਾ, ਉਹਨਾਂ ਦਾ ਦਰਦ ਸਮਝਣਾ ਚਾਹੀਦਾ। ਹੁਣ ਉਹ ਆਪਣੇ ਵਰਗੇ ਥੋੜ੍ਹੀ ਹੈ ਬੰਦੇ, ਆਪਾਂ ਯਾਰ ਬਰਾਊਨ ਲੋਕ ਆ। ਹੁਣ ਮੈਂ ਕਹਾਂ ਮੈਂ ਬਰਾਊਨ ਆ ਯਾਰ, ਤੂੰ ਬਲੈਕ ਆ, ਮੈਂ ਤੇਰੀ ਮਦਦ ਕਿਉਂ ਕਰਾਂ, ਮੈਂ ਤੇਰੇ ਨਾਲ ਕਿਉਂ ਖੜਾ? ਨਹੀਂ, ਆਪਾਂ ਸਾਰੇ ਹਿਊਮਨ ਬੀਇੰਗਸ ਆ ਯਾਰ। ਜਿੱਤੇ ਵੀ ਕਿਸੇ ਨਾਲ ਵੀ, ਕੋਈ ਵੀ ਧਰਮ ਦਾ ਹੋਵੇ ਯਾਰ, ਕੋਈ ਵੀ ਰੰਗ ਦਾ ਹੋਵੇ, ਕੋਈ ਵੀ ਦੇਸ਼ ਦਾ ਹੋਵੇ, ਕੋਈ ਵੀ ਕਲਚਰ ਦਾ ਹੋਵੇ, ਕੋਈ ਵੀ ਰਿਲੀਜਨ ਦਾ ਹੋਵੇ, ਕਿਤੇ ਵੀ ਹੋਵੇ ਯਾਰ ਉਹ ਬੰਦਾ, ਜੇ ਉਹਦੇ ਨਾਲ ਕੁਛ ਗਲਤ ਹੁੰਦਾ ਪਿਆ ਨਾ, ਤਾਂ ਤੁਹਾਨੂੰ ਆਵਾਜ਼ ਚੱਕਣੀ ਚਾਹੀਦੀ ਆ। ਇਹ ਚੀਜ਼ਾਂ ਤੁਹਾਨੂੰ ਹਿਊਮਨਸ ਬਣਾਉਂਦੀਆਂ ਵਾ। ਜੇ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਹੈਗਾ ਨਾ ਕਿ ਅਸੀਂ ਦੂਜਿਆਂ ਦੀ ਮਦਦ ਕਰਨੀ ਹੈ, ਦੂਜਿਆਂ ਨੂੰ ਸਪੋਰਟ ਕਰਨਾ, ਫਿਰ ਤੁਸੀਂ ਹਿਊਮਨਸ ਨਹੀਂ ਹੈਗੇ। ਪਤਾ ਨਹੀਂ ਤੁਸੀਂ ਫਿਰ ਕੀ ਆ, ਪਰ ਤੁਸੀਂ ਹਿਊਮਨਸ ਨਹੀਂ ਕਹਿਲਾ ਸਕਦੇ ਆਪਣੇ ਆਪ ਨੂੰ। ਐਨੀਵੇਜ਼, ਆਪਾਂ ਲਾਸਟ ਜਿਹੜਾ ਪੁਆਇੰਟ ਆਪਾਂ ਉਹਦੀ ਗੱਲ ਕਰਦੇ ਹਾਂ। ਆਪਾਂ ਆਪਣੇ ਇੱਕ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਕਿ ਸੋਪੀਅਨ ਦੇ ਵਿੱਚ ਇੱਕ ਮੁਕਾਬਲਾ ਕੀਤਾ ਗਿਆ ਸੀਗਾ। 3 ਨੌਜਵਾਨ ਜਿਹੜੇ ਸੀਗੇ ਉਹ ਮਾਰ ਦਿੱਤੇ ਗਏ ਸੀਗੇ, ਅਤੇ ਉਹਦੀ ਇਨਕੁਆਇਰੀ ਖੁੱਲ੍ਹੀ ਆ। DNA ਦੇ ਜਿਹੜੇ ਸੈਂਪਲ ਸੀਗੇ ਉਹ ਲਿੱਤੇ ਗਏ ਸੀਗੇ, ਅਤੇ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਉਹਨਾਂ ਫੌਜੀਆਂ ਨੇ ਉਹ 3 ਇਨੋਸੈਂਟ ਲੋਕਾਂ ਨੂੰ ਮਾਰਤਾ ਸੀਗਾ। ਜਿਹੜੇ ਉਹਨਾਂ ਦੇ ਅਧਿਕਾਰ ਸੀਗੇ ਉਹ ਗਲਤ ਇਸਤੇਮਾਲ ਕੀਤਾ ਉਹਨਾਂ ਦਾ। ਇਹ ਗੱਲ ਨਿਕਲ ਕੇ ਸਾਹਮਣੇ ਆਈ। ਕਈ ਲੋਕ ਹੁਣ ਕਹਿ ਦਿੰਦੇ ਆ ਨਾ, ਇੰਡੀਆ ਦੇ ਵਿੱਚ ਜੇ ਤੁਸੀਂ ਰਹਿੰਦੇ ਆ ਤਾਂ ਤੁਸੀਂ ਸੁਣਿਆ ਹੋਊਗਾ, ਲੋਕ ਕਹਿ ਦਿੰਦੇ ਆ ਕਿ ਨਹੀਂ ਤੁਸੀਂ ਆਰਮੀ 'ਤੇ ਕੁਐਸਚਨ ਨਹੀਂ ਕਰ ਸਕਦੇ, ਤੁਸੀਂ ਪੁਲਿਸ 'ਤੇ ਕੁਐਸਚਨ ਨਹੀਂ ਕਰ ਸਕਦੇ। ਪੁਲਿਸ 'ਤੇ ਸੁਮੇਲ ਸੈਣੀ ਹੈਗਾ ਵਾ, ਆਰਮੀ ਦਾ ਕੇਸ ਤੁਹਾਡੇ ਸਾਹਮਣੇ ਆ ਗਿਆ। ਇਹੋ ਜਿਹੇ ਬਹੁਤ ਸਾਰੇ ਕੇਸ ਆ। ਨਾਰਥ ਈਸਟਰਨ ਪਾਰਟ ਦੇ ਵਿੱਚ ਜਾ ਕੇ ਦੇਖੋ, ਉੱਥੇ ਜਿਹੜੀਆਂ ਬੀਬੀਆਂ ਨਾ ਕਹਿੰਦੀਆਂ ਹੁੰਦੀਆਂ ਸੀਗੀਆਂ ਕਿ ਜਿਹੜੇ ਆਰਮੀ ਦੇ ਲੋਕ ਆ ਉਹ ਰੇਪ ਕਰਦੇ ਸਾਡਾ। ਮੈਂ ਐਂ ਨਹੀਂ ਕਹਿੰਦਾ ਸਾਰੇ ਕਰਦੇ ਆ, ਪਰ ਕੁਛ ਗਲਤ ਹੁੰਦੇ ਆ, ਤੁਸੀਂ ਉਹਨਾਂ ਨੂੰ ਵੀ ਸ਼ੀਲਡ ਕਰ ਦਿੰਦੇ ਆ ਆਪਣੀ ਦੇਸ਼ ਭਗਤੀ ਦੇ ਨਾਲ। ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਕਿ ਜੇ ਚੀਜ਼ ਕੋਈ ਗਲਤ ਆ ਨਾ, ਉਹ ਗਲਤ ਆ। ਜੇ ਚੀਜ਼ ਕੋਈ ਸਹੀ ਆ, ਉਹ ਸਹੀ ਆ। ਚਾਹੇ ਉਹ ਤੁਹਾਡਾ ਧਰਮ ਹੋਵੇ, ਚਾਹੇ ਤੁਹਾਡੀ ਉਹ ਪੋਲੀਟੀਕਲ ਪਾਰਟੀ ਹੋਵੇ, ਚਾਹੇ ਤੁਹਾਡਾ ਦੇਸ਼ ਹੋਵੇ, ਚਾਹੇ ਤੁਹਾਡੀ ਦੇਸ਼ ਭਗਤੀ ਹੋਵੇ, ਚਾਹੇ ਤੁਹਾਡਾ ਨੈਸ਼ਨਲਿਜ਼ਮ ਹੋਵੇ। ਜੇ ਕੁਛ ਗਲਤ ਹੋ ਰਿਹਾ ਵਾ, ਉਹਦੇ 'ਚ ਤੁਹਾਨੂੰ ਆਵਾਜ਼ ਚੱਕਣੀ ਚਾਹੀਦੀ ਆ। ਜੇ ਕੁਛ ਸਹੀ ਹੋਇਆ ਵਾ ਤਾਂ ਉਹਦੀ ਗੱਲ ਕਰੋ ਕਿ ਹਾਂ ਇਹ ਸਹੀ ਹੋਇਆ। ਹੁਣ ਕਈ ਲੋਕ ਕੀ ਕਹਿੰਦੇ ਆ, ਜਦੋਂ ਵੀ ਇਹੋ ਜਿਹੀ ਗੱਲ ਆਉਂਦੀ ਆ ਨਾ ਕਿ ਆਰਮੀ ਵਾਲਿਆਂ ਨੇ ਗਲਤ ਕੰਮ ਕੀਤਾ, ਪੁਲਿਸ ਵਾਲਿਆਂ ਨੇ ਗਲਤ ਕੰਮ ਕੀਤਾ, ਕਹਿੰਦੇ ਆ ਕਿ ਤੁਸੀਂ ਪਾਕਿਸਤਾਨੀ ਆ। ਇਹ ਇੰਡੀਆ ਦੇ ਵਿੱਚ ਟਰੈਂਡ ਚੱਲਦਾ ਰਹਿੰਦਾ ਵਾ ਕਿ ਤੁਸੀਂ ਪਾਕਿਸਤਾਨੀ ਆ, ਤੁਸੀਂ ਦੇਸ਼ ਨੂੰ ਸਪੋਰਟ ਨਹੀਂ ਕਰਦੇ, ਦੇਸ਼ ਨੂੰ ਤੋੜਨਾ ਚਾਹੁੰਦੇ ਆ। ਯਾਰ ਦੇਸ਼ ਨੂੰ ਤੋੜਨ ਵਾਲੀ ਗੱਲ ਕਿੱਧਰੋਂ ਆ ਗਈ? ਹੁਣ ਜੇ ਇਹ ਚੀਜ਼ ਗਲਤ ਕੀਤੀ ਆ, ਹੁਣ ਦੇਖੋ ਇਹ ਖਬਰ ਆ ਨਾ, ਕਿੰਨੇ ਰਾਈਟ ਵਿੰਗ ਦੇ ਜਿਹੜੇ ਲੋਕ ਆ ਇੰਡੀਆ ਦੇ ਵਿੱਚ, ਉਹਨਾਂ ਨੇ ਇਹ ਖਬਰ ਸ਼ੇਅਰ ਕੀਤੀ ਆ। ਤੁਹਾਨੂੰ ਇੱਥੇ ਪਤਾ ਲੱਗ ਜੂਗਾ, ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਹੈਗੀ। ਸੋ ਆਰਮੀ ਵਾਲਿਆਂ ਨੇ ਜਿਹੜਾ ਸੀਗਾ ਉਹ ਕਿਹਾ ਵਾ ਕਿ ਉਹਨਾਂ ਨੇ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕੀਤੀ ਆ, ਲੋਕਾਂ ਨੂੰ ਮਾਰਿਆ। ਇਹਨਾਂ ਨਾਲ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ? ਕੀ ਇਹਨਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾਊਗਾ ਜਾਂ ਫਿਰ ਨੌਕਰੀ ਤੋਂ ਬਰਖਾਸਤ ਕਰਕੇ ਘਰੇ ਬਿਠਾ ਦਿੱਤਾ ਜਾਊਗਾ? ਇਹਦੇ ਬਾਰੇ ਕੋਈ ਪਤਾ ਨਹੀਂ ਗਾ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਖਬਰ ਆਉਂਦੀ ਆ ਤਾਂ ਆਪਾਂ ਫਿਰ ਜਿਹੜੀ ਇਹਦੇ ਬਾਰੇ ਚਰਚਾ ਕਰਾਂਗੇ। ਪਰ ਮੈਂ ਐਂ ਜ਼ਰੂਰ ਕਹੂੰਗਾ ਕਿ ਕਿਤੇ ਵੀ ਆਰਮੀ ਦਾ ਬੰਦਾ ਹੋਵੇ ਯਾਰ, ਕਿਤੇ ਵੀ ਪੁਲਿਸ ਦਾ ਬੰਦਾ ਹੋਵੇ, ਉਹਨੂੰ ਇਨੋਸੈਂਟ ਨਹੀਂ ਮਾਰਨਾ ਚਾਹੀਦਾ। ਜੇ ਤੁਹਾਨੂੰ ਕਿਹਾ ਗਿਆ ਕਿ ਜਿਹੜੇ ਲੋਕਾਂ ਨੇ ਹਥਿਆਰ ਚੱਕੇ ਆ, ਤੁਸੀਂ ਉਹਨਾਂ ਦਾ ਮੁਕਾਬਲਾ ਕਰਨਾ ਵਾ, ਉਹਨਾਂ ਨੂੰ ਹਟਾਉਣਾ, ਕਿਉਂਕਿ ਹਰ ਇੱਕ ਜਿਹੜਾ ਸ਼ਾਸਕ ਹੁੰਦਾ ਉਹ ਚਾਹੁੰਦਾ ਵਾ ਕਿ ਮੇਰੀ ਪ੍ਰਧਾਨਤਾ ਬਣੀ ਰਹੇ, ਕੋਈ ਦੂਜੀ ਪ੍ਰਧਾਨਤਾ ਲੈਣ ਵਾਲਾ ਬੰਦਾ ਨਾ ਆਵੇ। ਪੁਰਾਣੇ ਸਮਿਆਂ 'ਚ ਵੀ ਇਹ ਹੁੰਦਾ ਰਿਹਾ, ਹੁਣ ਵਾਲੇ ਸਮਿਆਂ 'ਚ ਵੀ ਇਹ ਹੁੰਦਾ ਵਾ, ਅਤੇ ਆਉਣ ਵਾਲੇ ਸਮੇਂ 'ਚ ਵੀ ਇਹ ਹੋਊਗਾ।
ਕਿਸੇ ਵੀ ਦੇਸ਼ ਦੀ ਗੱਲ ਕਰ ਲਓ। ਜੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਹਥਿਆਰ ਚੱਕਿਆ ਤੁਸੀਂ ਉਹਨਾਂ ਨਾਲ ਮੁਕਾਬਲਾ ਕਰਨਾ, ਉਹਨਾਂ ਨੂੰ ਹਟਾਉਣਾ, ਤਾਂ ਘੱਟੋ ਘੱਟ ਯਾਰ ਇਨੋਸੈਂਟ ਤਾਂ ਨਾ ਮਾਰੋ। ਉਵੇਂ ਜਿਹੜੇ ਲੋਕਾਂ ਨੇ ਹਥਿਆਰ ਚੱਕਿਆ ਮੈਂ ਉਹਨਾਂ ਨੂੰ ਵੀ ਕਹਿੰਦਾ ਵਾਂ, ਜੇ ਤੁਹਾਨੂੰ ਲੱਗਦਾ ਕਿ ਨਹੀਂ ਅਸੀਂ ਰਾਜ ਲੈਣਾ ਵਾ, ਹਥਿਆਰਬੰਦ ਸੰਘਰਸ਼ ਕਰਨਾ, ਤੁਸੀਂ ਯਾਰ ਆਰਮੀ ਵਾਲਿਆਂ ਨਾਲ ਲੜੋ, ਪੁਲਿਸ ਵਾਲਿਆਂ ਨਾਲ ਲੜੋ, ਉਹਨਾਂ ਕੋਲ ਹਥਿਆਰ ਆ। ਪਰ ਇਨੋਸੈਂਟਸ ਨੂੰ ਤੁਸੀਂ ਵੀ ਨਾ ਮਾਰੋ ਯਾਰ। ਇਨੋਸੈਂਟ ਨੂੰ ਮਾਰ ਕੇ ਕੀ ਮਿਲੂਗਾ? ਸੋ ਥੋੜ੍ਹਾ ਜਿਹਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਐਂਪਥੀ ਐਂਪਥੀ ਹੋਣੀ ਚਾਹੀਦੀ ਆ ਦੂਜੇ ਹਿਊਮਨ ਬੀਇੰਗ ਨੂੰ, ਦੂਜੇ ਮਨੁੱਖ ਨੂੰ ਮਨੁੱਖ ਦੀ ਤਰ੍ਹਾਂ ਸਮਝੋ ਤੁਸੀਂ। ਜੇ ਤੁਸੀਂ ਉਹਨੂੰ ਮਨੁੱਖ ਦੀ ਤਰ੍ਹਾਂ ਨਹੀਂ ਨਾ ਸਮਝਦੇ, ਫਿਰ ਤੁਸੀਂ ਇਨੋਸੈਂਟ ਨੂੰ ਮਾਰਨ ਦੇ ਵਿੱਚ ਝਿਜਕ ਨਹੀਂ ਕਰੋਗੇ। ਤੇ ਇਨੋਸੈਂਟ ਨੂੰ ਮਾਰਨਾ ਬਹੁਤ ਹੀ ਘਟੀਆ ਦਰਜੇ ਦਾ ਕੰਮ ਆ, ਬਹੁਤ ਹੀ ਘਟੀਆ ਦਰਜੇ ਦਾ ਕੰਮ। ਤੁਹਾਨੂੰ ਨਾ ਚੱਪਣੀ ਤਾਂ ਛੋਟੀ ਹੋਊਗੀ, ਸਮੁੰਦਰ 'ਚ ਡੁੱਬ ਕੇ ਮਰ ਜਾਓ ਮੈਂ ਕਹਿੰਦਾ ਤੁਸੀਂ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਯਾਰ। ਤੁਸੀਂ ਜਿਹੜੇ ਵੀ ਲੋਕ ਆ ਯਾਰ, ਚਾਹੇ ਪੁਲਿਸ ਵਾਲੇ ਆ, ਚਾਹੇ ਪੁਲਿਸ ਵਾਲੇ ਨਹੀਂ ਵੀ ਹੈਗੇ, ਕਾਮਨ ਲੋਕ ਆ, ਜੇ ਤੁਸੀਂ ਇਨੋਸੈਂਟ ਨੂੰ ਮਾਰਦੇ ਆ, ਤੁਸੀਂ ਮਤਲਬ ਜ਼ਿੰਦਗੀ ਕਿਵੇਂ ਜੀਨੇ ਆ ਆਪਣੀ? ਜਿਹੜੀ ਤੁਹਾਡੀ ਆਤਮਾ ਉਹ ਕਹਿੰਦੀ ਨਹੀਂ ਕਿ ਯਾਰ ਤੂੰ ਗਲਤ ਕੰਮ ਕੀਤਾ ਵਾ? ਜੇ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਇਨੋਸੈਂਟਸ ਨੂੰ ਮਾਰ ਕੇ? ਦਿਲ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਦੇ ਵਿੱਚ? ਐਨੀਵੇਜ਼ ਇਹ ਪਤਾ ਨਹੀਂ ਕਦੋਂ ਜਾ ਕੇ ਰੁਕੂਗੀਆਂ ਗੱਲਾਂ ਇਹ। ਆਪਾਂ ਜੀ ਅੱਜ ਦੇ ਐਪੀਸੋਡ ਦੇ ਵਿੱਚ ਆਪਣੇ ਕੋਲ ਇੰਨਾ ਕੁਛ ਹੀ ਸੀਗਾ। ਐਪੀਸੋਡ ਜਿਹੜਾ ਵਾ ਕਾਫੀ ਲੰਮਾ ਬਣ ਗਿਆ। ਕੋਸ਼ਿਸ਼ ਇਹ ਹੁੰਦੀ ਆ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਆਪਾਂ ਸਾਰੇ ਪੁਆਇੰਟ ਡਿਸਕਸ ਕਰੀਏ, ਪਰ ਕਈ ਪੁਆਇੰਟ ਜਿਹੜੇ ਹੁੰਦੇ ਉਹ ਜ਼ਿਆਦਾ ਇਲੈਬੋਰੇਟ ਕਰਨੇ ਪੈ ਜਾਂਦੇ ਆ। ਕਈ ਵਾਰੀ ਆਪਾਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹ ਉਜਾਗਰ ਕਰ ਦਿੰਦੇ ਆ ਆਪਣੀਆਂ, ਹੈ ਨਾ? ਇਸ ਕਰਕੇ ਜਿਹੜੇ ਐਪੀਸੋਡ ਆ ਉਹ ਵੱਡੇ ਬਣ ਜਾਂਦੇ ਆ। ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਜੀ। ਅਗਲੇ ਐਪੀਸੋਡ ਦੇ ਵਿੱਚ ਆਪਾਂ ਮਿਲਾਂਗੇ ਕੁਛ ਨਵੀਆਂ ਗੱਲਾਂ ਲੈ ਕੇ, ਕੁਝ ਨਵੇਂ ਵਿਚਾਰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।